सतनाम श्री वाहिगुरु साहिब जी। बाणी गुरु गुरु है बाणी, बिच बाणी ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਨਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਭੋ, ਬਿਖਮ ਨਦੀ ਜਾਇ ਤਰਨੀ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਾ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਊਚਾ ਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰੇ ਸੁਨਤੇ ਉਦਰੇ, ਬਿਨਸੇ ਪਾਪ ਕਨੇਰੇ। ਪਸ਼ੂ ਪਰੀਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਨਾਨਕ ਦਾਸ ਤੇਰੀ ਸ਼ਰਨਾਈ, ਸਦਾ ਸਦਾ ਬਲਿਹਾਰੀ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜੋ ਹਫ਼ਤਾਵਾਰੀ ਆਪਣਾ ਗੁਰਬਾਣੀ ਵਿਚਾਰ ਪ੍ਰੋਗਰਾਮ ਆਪਣਾ ਹਫ਼ਤੇ ਬਾਅਦ ਹੁੰਦਾ ਹੈ, ਆਓ ਰਲ ਮਿਲ ਕੇ ਆਪਾਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਇੱਕ ਸ਼ਬਦ, ਦੋ ਸ਼ਬਦ ਲੈ ਕੇ ਉਹਨਾਂ ਦੇ ਵਿਚਾਰ ਗੁਰਬਾਣੀ ਦੇ ਸ਼ਬਦਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ, ਭਾਈ ਵੀ ਵੱਡੀਆਂ ਉਮਰਾਂ ਕਈ ਵਾਰੀ ਇਨਸਾਨ ਭੋਗਦਾ, ਬੜਾ ਆਪਣੇ ਸਰੀਰ ਨੂੰ ਕਈ ਵਾਰ ਦੁੱਖ ਵੀ ਦਿੰਦਾ ਹੈ ਵੀ ਮੈਂ ਇਹ ਤਰੀਕਿਆਂ ਦੇ ਨਾਲ ਰੱਬ ਨੂੰ ਮਿਲ ਲਾਂ।
ਤਾਂ ਗੁਰੂ ਸਾਹਿਬ ਕਹਿੰਦੇ ਭਾਈ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਤੂੰ ਆਪਣੇ ਅੰਦਰ ਦੀ ਖੋਜ ਕਰ। ਬਾਹਰ ਦਾ ਕੁਛ ਨਾ ਵੇਖ, ਬਲਿਹਾਰੀ ਕੁਦਰਤ ਵਸਿਆ, ਉੱਤੇ ਸਾਰਿਆਂ ਦੇ ਵਿੱਚ ਵਸਿਆ ਹੋਇਆ ਭਾਈ। ਜੇ ਤੂੰ ਉਸ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਚਾਹੁੰਦਾ ਤਾਂ ਗੁਰੂ ਸਾਹਿਬ ਕਹਿੰਦੇ ਕਿਸੇ ਦਾ ਦਿਲ ਨਾ ਤੋੜ। ਜੇ ਤੂੰ ਕਿਸੇ ਦਾ ਦਿਲ ਤੋੜ ਕੇ ਨਾ ਕਵੇਂ ਵੀ ਮੈਂ ਪੁੱਠਾ ਲਟਕਲਾ ਜਾਂ ਮੈਂ ਭੋਰਿਆਂ ਦੇ ਵਿੱਚ ਬਹਿ ਜਾ, ਵੀ ਮੈਂ ਇਸ ਤਰੀਕਿਆਂ ਦੇ ਨਾਲ ਇਸ ਵਿਧ ਦੇ ਨਾਲ ਮਿਲ ਲਾਂਗਾ, ਗੁਰੂ ਸਾਹਿਬ ਕਹਿੰਦੇ ਨਾ ਭਾਈ ਇਹ ਤੇ ਤੇਰੀ ਭੁੱਲ ਹੈ। ਤੂੰ ਦੁਨੀਆ ਦੇ ਵਿੱਚ ਰਹਿੰਦਿਆਂ ਆਪਣੇ ਮਨ ਨੂੰ ਸੋਹਣਾ ਬਣਾਉਣਾ ਹੈ। ਕਿੱਦਾਂ ਦਾ ਬਣਾਉਣਾ ਜੀ ਮਨ? ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਹਿੰਦੇ ਫਿਰ ਲੋੜ ਨਹੀਂ, ਆਪਣੇ ਮਨ ਨੂੰ ਸੋਹਣਾ ਬਣਾ ਲੈ। ਕਹਿੰਦੇ ਜੇ ਤੇਰਾ ਮਨ ਸੋਹਣਾ ਨਹੀਂ ਨਾ ਬਣਿਆ, ਜੇ ਤੇਰਾ ਮਨ ਸੋਹਣਾ ਨਹੀਂ ਬਣਿਆ, ਬੇਸ਼ੱਕ ਪੁੱਠਾ ਲਟਕੀ ਜਾਈ, ਬੇਸ਼ੱਕ ਭੋਰਿਆਂ 'ਚ ਬੈਠਾ ਰਹੀ। ਕਹਿੰਦੇ ਇਸ ਤਰ੍ਹਾਂ ਤੂੰ ਮਿਲ ਨਹੀਂ ਸਕਦਾ। ਕਹਿੰਦੇ ਜੇ ਕਿਤੇ ਕੱਲਾ ਪੁੱਠਾ ਲਟਕਣ ਦੇ ਨਾਲ ਰੱਬ ਮਿਲਦਾ ਹੁੰਦਾ ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਚਮਗਿੱਦੜ ਹੈ ਨਾ, ਚਮਗਿੱਦੜ, ਕਹਿੰਦੇ ਉੱਤੇ ਹਮੇਸ਼ਾ ਹੀ ਪੁੱਠਾ ਲਟਕਦਾ। ਕਹਿੰਦੇ ਉੱਤੇ ਪੁੱਠਾ ਲਟਕਦਾ। ਜੇ ਕਹਿੰਦੇ ਪੁੱਠੇ ਲਟਕਣ ਨਾਲ ਕੱਲਾ ਰੱਬ ਮਿਲਦਾ ਹੁੰਦਾ ਨਾ, ਫਿਰ ਗੁਰੂ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਸਿਰ ਤਲਵਾਇਆ ਪਾਈਐ ਜਮ ਗਿੱਦੜ ਜੂ ਹੈ। ਕਹਿੰਦੇ ਫਿਰ ਤੇ ਭਾਈ ਸਭ ਤੋਂ ਪਹਿਲਾਂ ਉਹਨੂੰ ਮਿਲਣਾ ਸੀ, ਰੱਬ। ਅਸੀਂ ਆਪਣੇ ਅੰਦਰ ਨੂੰ ਸੋਹਣਾ ਬਣਾ ਲਈਏ। ਜਦੋਂ ਸਾਡਾ ਅੰਦਰ ਸੋਹਣਾ ਬਣ ਗਿਆ ਨਾ, ਅਸੀਂ ਆਪਣੇ ਮਨ ਨੂੰ ਵਧੀਆ ਬਣਾ ਲਿਆ, ਫਿਰ ਸਾਰਾ ਕੁਝ ਵਧੀਆ ਬਣ ਜਾਣਾ। ਜੇ ਅਸੀਂ ਕਹੀਏ ਨਾ ਵੀ ਕੱਲਾ ਪੁੱਠਾ ਲਟਕਣ ਨਾਲ, ਭੋਰਿਆਂ 'ਚ ਬੈਠਣ ਨਾਲ ਰੱਬ ਮਿਲਦਾ ਹੁੰਦਾ, ਗੁਰੂ ਸਾਹਿਬ ਕਹਿੰਦੇ ਭਾਈ ਤੂੰ ਭੋਰਿਆਂ 'ਚ ਵੜ ਗਿਆ, ਤੂੰ ਪੁੱਠਾ ਵੀ ਲਟਕਦਾ, ਤੂੰ ਧੂਣੀਆਂ ਵੀ ਤਾਪਦਾ। ਕਹਿੰਦੇ ਪਰ ਕਹਿੰਦੇ ਜੇ ਤੇਰੇ ਅੰਦਰ ਵਿਕਾਰ ਚੱਲਦੇ ਨੇ, ਫਾਇਦਾ ਕਹਿੰਦੇ ਕੋਈ? ਆਪਣੇ ਸਰੀਰ ਨੂੰ ਦੁੱਖ ਦੇਣਾ ਫਾਇਦਾ ਕਹਿੰਦੇ? ਆਪਣੇ ਅੰਦਰੋਂ ਵਿਸ਼ੇ ਵਿਕਾਰਾਂ ਨੂੰ ਮਾਰ ਕੇ ਨਾ, ਆਪਣੇ ਅੰਦਰੋਂ ਵਿਸ਼ੇ ਵਿਕਾਰਾਂ ਨੂੰ ਮਾਰ ਕੇ ਜਦੋਂ ਤੁਸੀਂ ਗੁਰੂ ਦੇ ਨਾਲ ਜੁੜੋਗੇ ਨਾ, ਤਾਂ ਤੁਹਾਡੇ ਅੰਦਰੋਂ ਪ੍ਰਗਟ ਹੋ ਜਾਣਾ। ਟੁੱਕ ਦਮ ਕਰਾਰੀ ਜਾਓ ਕਰੋ, ਹਾਜ਼ਰ ਹਜੂਰ ਖੁਦਾਏ। ਕਹਿੰਦੇ ਉਹ ਸਾਹਮਣੇ ਪ੍ਰਗਟ ਹੋ ਜਾਣਾ ਭਾਈ। ਪਰ ਕਹਿੰਦੇ ਤੁਸੀਂ ਆਪਣੇ ਅੰਦਰ ਦੇ ਵਿਕਾਰਾਂ ਨੂੰ ਤੇ ਮਾਰਿਆ ਨਹੀਂ, ਸਰੀਰ ਨੂੰ ਦੁੱਖ ਦੇਣ ਲੱਗੇ ਹੋ ਵੀ ਮੈਂ ਪੁੱਠਾ ਲਟਕਦਾ, ਮੈਂ ਭੋਰਿਆਂ 'ਚ ਬੈਠਦਾ। ਗੁਰੂ ਸਾਹਿਬ ਕਹਿੰਦੇ ਜਿੰਨਾ ਚਿਰ ਤੂੰ ਆਪਣੇ ਅੰਦਰੋਂ ਵਿਕਾਰ ਨਹੀਂ ਬਾਹਰ ਕੱਢਦਾ,
ਉਹਨਾਂ ਚਿਰ ਕੀ ਫਾਇਦਾ। ਤੇ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਅਸੀਂ ਵੇਖਦੇ ਹਾਂ ਗੁਰੂ ਸਾਹਿਬ ਨੇ ਕਿਹਾ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਨਹਿ ਫਲ ਭਈ ਸਭ ਸੇਵਾ। ਗੁਰੂ ਸਾਹਿਬ ਕਹਿੰਦੇ ਭਾਈ ਜਿਹੜੀ ਤੂੰ ਸੇਵਾ ਕਰਦਾ ਹੈ ਨਾ, ਜਿਹੜੀ ਸੇਵਾ ਕਰਦਾ ਹੈ, ਚਾਹੇ ਗੁਰਦੁਆਰਾ ਸਾਹਿਬ ਆ ਕੇ ਕਰਦਾ ਕੋਈ, ਚਾਹੇ ਮੰਦਿਰ 'ਚ ਜਾ ਕੇ ਕੋਈ ਸੇਵਾ ਕਰਦਾ ਹੈ, ਚਾਹੇ ਕੋਈ ਚਰਚ 'ਚ ਜਾ ਕੇ ਸੇਵਾ ਕਰਦਾ ਹੈ, ਚਾਹੇ ਕੋਈ ਕਿਤੇ ਵੀ ਜਾ ਕੇ ਸੇਵਾ ਕਰਦਾ ਹੈ, ਗੁਰੂ ਸਾਹਿਬ ਕਹਿੰਦੇ ਜੇ ਉਹਦੇ ਅੰਦਰੋਂ ਕਾਮ ਨਹੀਂ ਨਾ ਨਿਕਲਿਆ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ। ਜੇ ਕ੍ਰੋਧੀ ਵੀ ਹੈ ਇਨਸਾਨ, ਲੋਭ ਨਾ ਛੁੱਟਿਓ ਦੇਵਾ, ਲੋਭ ਫਿਰ ਵੀ ਹੈ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ। ਕਹਿੰਦੇ ਪਰਾਈ ਨਿੰਦਿਆ ਤੇ ਛੱਡੀ ਨਹੀਂ ਭਾਈ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਨੇਹ ਫਲ ਭਈ ਸਭ ਸੇਵਾ। ਕਹਿੰਦੇ ਕੀ ਫਾਇਦਾ ਫਿਰ ਭਾਈ, ਉਹਦਾ ਕੋਈ ਫਾਇਦਾ ਨਹੀਂ ਕਹਿੰਦੇ ਹੁੰਦਾ। ਜੇ ਤੁਸੀਂ ਨੇ ਨਾ ਪਰਮਾਤਮਾ ਦੇ ਵਿੱਚ ਅਭੇਦ ਹੋਣਾ, ਆਪਣੇ ਅੰਦਰ ਨੂੰ ਵਧੀਆ ਬਣਾ ਲਓ ਬਸ। ਗੁਰੂ ਸਾਹਿਬ ਕਹਿੰਦੇ ਹੁਣ ਕਈ ਘਰ-ਬਾਰ ਛੱਡ ਕੇ ਕਹਿੰਦੇ ਮੜੀਆਂ 'ਚ ਚੱਲ ਕੇ ਉੱਥੇ ਲਾਉਨੇ ਆ ਡੇਰੇ, ਉੱਥੇ ਜਾ ਕੇ ਰੱਬ ਮਿਲੂਗਾ। ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਮੜੀ ਮਸਾਣੀ ਜੇ ਮਿਲੈ, ਵਿੱਚ ਖੁੱਡਾਂ ਚੂਹੇ। ਕਹਿੰਦੇ ਜੇ ਉੱਥੇ ਬੈਠ ਕੇ ਨਾ ਰੱਬ ਮਿਲਦਾ ਹੁੰਦਾ, ਫਿਰ ਤੇ ਕਹਿੰਦੇ ਉੱਥੇ ਖੁੱਡਾਂ ਦੇ ਵਿੱਚ ਰਹਿਣ ਵਾਲੇ ਚੂਹੇ ਉਹ ਤਰ ਨਾ ਜਾਂਦੇ, ਉਹ ਤਰ ਨਾ ਜਾਂਦੇ। ਉੱਥੇ ਰਹਿ ਕੇ ਨਹੀਂ, ਗੁਰੂ ਸਾਹਿਬ ਕਹਿੰਦੇ ਭਾਈ ਆਪਣੇ ਮਨ ਨੂੰ ਵਧੀਆ ਬਣਾ ਲਓ ਬਸ। ਮਿਲੇ ਨਾ ਵੱਡੀ ਆਰਜਾ, ਬਿਸਿਆਰ ਬਿਉਲੂ ਹੈ। ਕਹਿੰਦੇ ਜੇ ਵੱਡੀ ਆਰਜਾ ਨਾਲੇ ਉਮਰ ਵੱਡੀ ਕਰਨ ਨਾਲੇ ਮਿਲਦਾ ਹੁੰਦਾ ਨਾ ਰੱਬ, ਫਿਰ ਤੇ ਕਹਿੰਦੇ ਸੱਪ ਦੀ ਉਮਰ ਬਹੁਤ ਲੰਬੀ ਹੁੰਦੀ ਹੈ, ਉਹ ਨਾ ਮਿਲ ਜਾਂਦਾ। 100 वर्ष का जीना बेकार का जीना है, 2 वर्ष जिए होते कुछ करके जिए होते। 2 साल जिउना चंगा है जे कुछ करके इस संसार चो चलीए। 100 साल का जीना भी बेकार है जे कुछ करके ही नहीं गए। जे कोई चंगा कीता ही नहीं, फिर 100 साल का जीना भी बेकार है भाई। 100 साल का जीना भी बेकार है। थोड़ा जी लो पर कहते चंगा। कंध मूल चित लाइए अईअड़ बन धूहे। कहते जे जंगलों च जाके ना कंद मूल खा खा के मिलता हुंदा तां कहते जेड़े जंगलों दे विच फिरदे आ जानवर उते तर जाने सी सारे, पर कहते इदां नहीं हुंदा। बिन गुर मुक्त ना होवे ज्यों घर बिन बूहे।
ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਬਿਨਾਂ ਗੁਰੂ ਤੋਂ ਕੋਈ ਮੁਕਤ ਨਹੀਂ ਹੁੰਦਾ। ਜਦੋਂ ਅਸੀਂ ਗੁਰੂ ਦੇ ਨਾਲ ਜੁੜਦੇ ਆ ਨਾ, ਜਦੋਂ ਅਸੀਂ ਗੁਰੂ ਦੇ ਨਾਲ ਜੁੜਦੇ ਆ ਤਾਂ ਗੁਰੂ ਸਾਨੂੰ ਵਿਧ ਦੱਸਦਾ, ਤਰੀਕਾ ਦੱਸਦਾ, ਮੈਥਡ ਦੱਸਦਾ ਗੁਰੂ ਸਾਨੂੰ। ਅਸੀਂ ਫੇਰ ਇਸ ਭਵ ਸਾਗਰ ਚੋਂ ਫੇਰ ਤਰਦੇ ਆ ਭਾਈ, ਫਿਰ ਸਾਡਾ ਪਾਰ ਉਤਾਰਾ ਹੋਣਾ ਜੇ ਅਸੀਂ ਗੁਰੂ ਦੇ ਨਾਲ ਜੁੜਾਂਗੇ ਤਾਂ। ਜੇ ਅਸੀਂ ਗੁਰੂ ਦੀ ਗੱਲ ਮੰਨਾਂਗੇ ਤਾਂ, ਜੇ ਅਸੀਂ ਗੁਰੂ ਦੀ ਗੱਲ ਹੀ ਨਹੀਂ ਮੰਨੀ ਫਿਰ ਤੇ ਫਾਇਦਾ ਹੀ ਨਹੀਂ ਕੋਈ। ਜੇ ਅਸੀਂ ਗੁਰੂ ਦੀ ਗੱਲ ਮੰਨੀਏ ਨਹੀਂ ਨਾ ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਬਿਨ ਗੁਰ ਮੁਕਤ ਨਾ ਹੋਵੇ ਜਿਉਂ ਘਰ ਬਿਨ ਬੂਹੇ। ਜੇ ਬਿਨਾ ਬੂਹਿਆਂ ਤੋਂ ਘਰ ਬਣਾ ਲਈਏ ਨਾ, ਬਿਨਾ ਬੂਹਿਆਂ ਤੋਂ, ਕਹਿੰਦੇ ਬਾਹਰ ਕਿਵੇਂ ਨਿਕਲੋਗੇ, ਉਹਦੇ ਅੰਦਰ ਕਿਵੇਂ ਜਾਓਗੇ, ਬਣਾ ਤੇ ਲਿਆ। ਜੇ ਬੂਹੇ ਲੱਗੇ ਹੋਣਗੇ ਤਾਂ ਹੀ ਘਰ ਦੇ ਵਿੱਚੋਂ ਬਾਹਰ ਆਵਾਂਗੇ, ਤਾਂ ਹੀ ਘਰ ਦੇ ਵਿੱਚ ਅੰਦਰ ਜਾਵਾਂਗੇ। ਕਹਿੰਦੇ ਜੇ ਤੇਰੀ ਜ਼ਿੰਦਗੀ 'ਚ ਗੁਰੂ ਹੀ ਨਹੀਂ ਹੈ, ਤੂੰ ਕਹਿੰਦੇ ਕਿਵੇਂ ਸੰਸਾਰ ਨੂੰ ਵੇਖੇਗਾ, ਤੇਰੇ ਕੋਲੇ ਬੁੱਧੀ ਹੀ ਨਹੀਂ ਹੋਣੀ। ਵਿਵੇਕ ਬੁੱਧ ਸਾਨੂੰ ਗੁਰੂ ਕੋਲੋਂ ਮਿਲਣੀ ਹੈ ਭਾਈ, ਵਿਵੇਕ ਬੁੱਧ, ਵਿਵੇਕ ਬੁੱਧ ਮਿਲਣੀ ਹੈ ਗੁਰੂ ਕੋਲੋਂ। ਪਰ ਜਦੋਂ ਅਸੀਂ ਨਾ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਉਹਦੇ ਵਿੱਚ ਗੁਰੂ ਸਾਹਿਬ ਨੇ ਬੜਾ ਕੁਝ ਸਾਨੂੰ ਸਮਝਾਉਣ ਦਾ ਯਤਨ ਕੀਤਾ ਵੀ ਭਾਈ ਇਸ ਸੰਸਾਰ ਦੇ ਵਿੱਚ ਨਾ ਲੋਕ ਬੜਾ ਕੁਝ ਉਹਨਾਂ ਨੇ ਕੀਤਾ, ਬੜੇ ਤਰੀਕੇ ਅਪਣਾਏ। ਕਈ ਨੰਗੇ ਪੈਰੀ ਤੁਰੇ, ਕਈਆਂ ਨੇ ਬਦਨ ਤੇ ਕੱਪੜਾ ਨਹੀਂ ਪਾਇਆ। ਜੇਠ ਹਾੜ ਦੇ ਮਹੀਨੇ ਦੇ ਵਿੱਚ ਪੈਰਾਂ ਨੂੰ ਤਪਾ ਲਿਆ, ਆਪਣੇ ਸਰੀਰ ਨੂੰ ਕਸ਼ਟ ਦਿੱਤਾ। ਤੇ ਪੋਹ ਮਾਘ ਦੇ ਮਹੀਨੇ ਦੇ ਵਿੱਚ ਜੇ ਅਸੀਂ ਆਪਣੇ ਸਰੀਰ ਤੇ ਕੱਪੜਾ ਨਾ ਪਾਈਏ, ਸਰੀਰ ਨੂੰ ਦੁੱਖ ਦੇਣ ਵਾਲੀ ਗੱਲ ਹੈ। ਗੁਰੂ ਸਾਹਿਬ ਕਹਿੰਦੇ ਆਪਣੇ ਸਰੀਰ ਨੂੰ ਕਿਉਂ ਦੁੱਖ ਦਿੰਨਾ ਹੈ, ਆਪਣੇ ਸਰੀਰ ਨੂੰ ਦੁੱਖ ਨਾ ਦੇ। ਤੂੰ ਕਹਿੰਦੇ ਗੁਰੂ ਦੇ ਨਾਲ ਜੁੜ, ਗੁਰੂ ਤੋਂ ਤਰੀਕਾ ਸਿੱਖ ਲੈ ਭਾਈ, ਤਰੀਕਾ। ਸਾਡੇ ਗੁਰੂ ਸਾਹਿਬ ਕਹਿੰਦੇ ਜਦੋਂ ਠੰਡ ਆ ਗਈ ਉਦੋਂ ਤੋਂ ਗਰਮ ਕੱਪੜੇ ਕੱਢ ਲਈ ਭਾਈ, ਗਰਮ ਕੱਪੜਿਆਂ ਦਾ ਇਸਤੇਮਾਲ ਕਰ ਲਈ, ਆਪਣੇ ਸਰੀਰ ਨੂੰ ਬਚਾ ਕੇ ਰੱਖੀ। ਤੇ ਜਦੋਂ ਕਹਿੰਦੇ ਗਰਮੀ ਆ ਗਈ ਉਦੋਂ ਪੈਰਾਂ ਨੂੰ ਸੜਕ ਤੇ ਨਾ ਲਾਈ, ਰੇਤੇ 'ਚ ਨਾ ਲਾਈ, ਪੈਰ ਖਰਾਬ ਹੋ ਜਾਣਗੇ। ਇਹਨਾਂ ਗੱਲਾਂ ਨਾਲ ਕਹਿੰਦੇ ਰੱਬ ਨਹੀਂ ਮਿਲਿਆ ਕਰਦਾ। ਕਹਿੰਦੇ ਆਪਣੇ ਅੰਦਰ ਨੂੰ ਵਧੀਆ ਬੜਾ ਗੁਰੂ ਨਾਲ ਜੁੜ ਕੇ। ਜਦੋਂ ਅਸੀਂ ਗੁਰੂ ਤੋਂ ਗਿਆਨ ਲੈਂਦੇ ਹਾਂ ਨਾ, ਗਿਆਨ, ਜਦੋਂ ਸਾਡੀ ਜ਼ਿੰਦਗੀ 'ਚ ਗਿਆਨ ਆਉਂਦਾ ਤਾਂ ਇਨਸਾਨ ਕਿਸੇ ਤਰੱਕੀ ਤੇ ਪਹੁੰਚਦਾ। ਤਰੱਕੀ ਤੇ ਤਾਂ ਪਹੁੰਚਦਾ, ਹੁਣ ਸਕੂਲ 'ਚ ਬੱਚਾ ਜਾਂਦਾ, ਸਕੂਲ 'ਚ ਜੇ ਟੀਚਰ ਨੂੰ ਕਹੇ ਵੀ ਮੈਂ ਪੜ੍ਹਨਾ ਤੇ ਹੈ ਨਹੀਂ, ਮੈਂ ਇੱਥੇ ਨੰਗੇ ਪੈਰੀ ਆਵਾਂਗਾ ਜ਼ਰੂਰ ਚੱਲ ਕੇ, ਟੀਚਰ ਨੇ ਕਹਿਣਾ ਨੰਗੇ ਪੈਰ ਆਉਣ ਦਾ ਕੋਈ ਫਾਇਦਾ ਨਹੀਂ ਹੈ ਤੇਰਾ, ਜਿੰਨਾ ਚਿਰ ਤੂੰ ਮੇਰੀਆਂ ਗੱਲਾਂ ਕਹੀਆਂ ਨੂੰ ਆਪਣੇ ਜੀਵਨ 'ਚ ਲਾਗੂ ਨਹੀਂ ਕਰਦਾ। ਜੇ ਮੈਂ ਤੈਨੂੰ ਪੜ੍ਹਾ ਰਿਹਾ ਤੂੰ ਉਹਨੂੰ ਪੜ੍ਹ ਲੈ, ਨੰਗੇ ਪੈਰ ਆਉਣ ਦਾ ਕੋਈ ਫਾਇਦਾ ਨਹੀਂ, ਤੂੰ ਪੜ੍ਹ ਲੈ। ਜੇ ਤੂੰ ਮੇਰੀਆਂ ਗੱਲਾਂ ਤੇ ਅਮਲ ਕਰ ਲਿਆ, ਪੜ੍ਹ ਲਿਆ, ਤਾਂ ਕਿਸੇ ਮੰਜ਼ਿਲ ਤੇ ਪਹੁੰਚ ਜਾਏਗਾ, ਫਿਰ ਮੰਜ਼ਿਲ ਤੇ ਪਹੁੰਚੇਗਾ। ਇਸੇ ਤਰ੍ਹਾਂ ਹੀ ਅਸੀਂ ਗੁਰੂ ਕੋਲ ਆਉਨੇ ਆ। ਅਸੀਂ ਗੁਰੂ ਕੋਲ ਆਏ, ਅਸੀਂ ਗੁਰੂ ਤੋਂ ਗਿਆਨ ਲੈਣਾ, ਗਿਆਨ।
सच्चे पातशाह सानू ज्ञान दे दिओ, सानू सोचण वाली बुद्धि दे दिओ। असीं ते अरदास च भी रोज पढ़दे हां, सिक्खां नू सिੱਖੀ दान, केस दान, रहत दान, विवेक दान। विवेक दान मंगदा सिख। सच्चे पातशाह सानू सोचण दी ताकत दे दिओ, जिहदे नाल मैं सोच सकां भी आह चीज माड़ी है, आह चीज चंगी है। जे असीं सोचे ही ना, जे साडे कोल सोचण दी ताकत नहीं। हुण कई बंदे ऐसे ने, सब्जी लैण गए बाजार, मोटरसाइकिल तो उतरना नहीं, उत्थे खड़े नूं कह देना भी किलो सब्जी आ पा दे भाई। उन्हें विच खराब भी पाती, घर आके वेखी, घरे कहंदे ये की वेख्या नहीं तैं? कहंदा मैं देखिया नहीं। कहंदे की फायदा होया तेरा? फिर जे साडे कोल ज्ञान है फिर असीं उत्थे चीज वेखांगे भाई, फिर वेखांगे। बड़े तरीके अपनाए लोगों ने, बहुत तरीके अपनाए, पर जदों असीं गुरु अर्जन देव महाराज जी नूं वेखदे आ, पढ़दे, विचारदे आ, तां गुरु अर्जन साहब महाराज कहंदे पाठ पढ़ियो और वेद विचारियो, निबल भुयंगम साधे। हुण कई लोग पाठ करते हैं भाई, पाठ पढ़ियो और वेद विचारियो। पाठ करिया, वेदां नूं विचारिया, अमल नहीं कीता, अमल नहीं कीता। नूं सस नाल लड़दी है, सस नूं नाल लड़दी है। कहंदे पाठ पढ़िया है भाई तैने, अमल नहीं कीता, अमल नहीं कीता। कहंदे की फायदा? जे असीं अमल कर लांगे, जे असीं अमल कर लांगे, नूं नूं सस दे विचों रब दिखूगा ते सस नूं नूं दे विचों रब दिखूगा, पुੱਤ नूं प्यो दे विचों रब दिसू ते प्यो नूं पुੱਤ दे विचों रब दिसू। असीं कल्ला पढ़न ते जोर ला लिया, कल्ला पढ़न ते जोर ला लिया। गुरु अर्जन साहब कहते पाठ पढ़ियो और वेद विचारियो। वेदां दी विचार कर ले, उच्ची उच्ची गा के भी विचार कर ले, पर मन काला है, मन काला है, एक दूजे नूं वेख नहीं सकते, मन काला है बिल्कुल। निबल भुयंगम साधे। निबल हुंदा है जोग साधना दे विच आउंदियां ने गल्लां। जिहड़े जोग साधना करदे ने ना, निबल हुंदा है गोडियां ते हत्थ रख के अपने पेट दीयां आंदरां नूं घुमाउणा, ਉਹਨੂੰ ਕਹਿੰਦੇ ਨੇ ਨਿਬਲ। ਭੁਯੰਗਮ ਹੁੰਦਾ ਹੈ ਆਪਣੀ ਕੰਗਰੋੜ ਦੇ ਕੋਲ ਦੀ ਇੱਕ ਨਾੜੀ ਹੁੰਦੀ ਹੈ, ਉਹਦੇ ਵਿੱਚ ਜੋਗੀ ਸਾਹ ਚੜ ਲੈਂਦੇ ਨੇ। ਜਦੋਂ ਉਹਦੇ ਵਿੱਚ ਸਾਹ ਚੜ ਜਾਂਦਾ ਹੈ ਕਹਿੰਦੇ ਉਮਰ ਵਧਾ ਲੈਂਦੇ ਨੇ ਉਹ, ਪਰ ਕਹਿੰਦੇ ਉਹਨਾਂ ਦਾ ਕੀ ਫਾਇਦਾ ਜੇ ਮਨ ਤੇ ਬਿਲਕੁਲ ਕਾਲਾ ਹੈ। ਮਨ ਤੇ ਕਹਿੰਦੇ ਹੋਇਆ ਪਿਆ ਕੋਲੂ ਵਾਲੀ ਲੀਰ ਦਾ ਹਾਲ ਮਨ ਦਾ। ਤੇ ਜਿਵੇਂ ਕੋਲੂ ਨੂੰ ਸਾਫ਼ ਕਰਨ ਵਾਸਤੇ ਲੀਰ ਵਰਤੀ ਜਾਂਦੀ ਹੈ ਨਾ, ਉਹ ਕਾਲੀ ਹੋ ਜਾਂਦੀ ਹੈ, ਤੇਲ ਲੱਗ ਲੱਗ ਮਿੱਟੀ ਲੱਗ ਲੱਗ ਕੇ। ਇਸੇ ਤਰ੍ਹਾਂ ਕਹਿੰਦੇ ਇਹ ਜਿਹੜਾ ਮਨ ਹੈ ਇਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਇਹਨਾਂ ਦੀ ਮੈਲ ਲੱਗ ਗਈ। ਤੇ ਉਹ ਜਿਹੜੀ ਲੀਰ ਹੈ ਉਹਨੂੰ ਕਿਵੇਂ ਸਾਫ਼ ਕਰਦੇ ਆ? ਗੁਰੂ ਸਾਹਿਬ ਕਹਿੰਦੇ ਖੰਨਲੀ ਧੋਤੀ ਉਜਲੀ ਨਾ ਹੋਵਈ ਜੇ 100 ਧੋਵਣ ਪਾਹੇ।
ਕਹਿੰਦੇ ਉਹ ਚਿੱਟੀ ਨਹੀਂ ਹੋਇਆ ਕਰਦੇ ਲੀਰ, ਪਰ ਗੁਰੂ ਸਾਹਿਬ ਕਹਿੰਦੇ ਜਿਹੜਾ ਮਨ ਹੈ ਨਾ ਇਹ ਚਿੱਟਾ ਹੋ ਜਾਊਗਾ, ਇਹ ਤੇ ਚਿੱਟਾ ਹੋ ਜੂ। ਉਹ ਲੀਰ ਨਹੀਂ ਚਿੱਟੀ ਹੁੰਦੀ, ਮਨ ਚਿੱਟਾ ਹੋ ਜੂ। ਕਹਿੰਦੇ ਜੀ ਕਿਵੇਂ ਹੋ ਜੂ ਚਿੱਟਾ? ਗੁਰੂ ਸਾਹਿਬ ਕਹਿੰਦੇ ਮੋਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਕਹਿੰਦੇ ਜਦੋਂ ਨਾਮ ਦਾ ਸਾਬਣ ਲੱਗਣਾ ਨਾ, ਨਾਮ ਦਾ ਸਾਬਣ, ਉਹ ਤੇ ਚਿੱਟੀ ਹੋ ਜੂ, ਚਿੱਟਾ ਹੋ ਜੂ। ਕਹਿੰਦੇ ਮਨ ਚਿੱਟਾ ਹੋ ਜਾਣਾ। ਕੱਲਾ ਪੜਨ ਨਾਲ ਨਹੀਂ ਭਾਈ, ਅਮਲ ਕਰਨ ਨਾਲ ਹੈ। ਪਹਿਲਾਂ ਪੜਨਾ ਪੈਣਾ, ਫਿਰ ਅਮਲ ਕਰਨਾ ਪੈਣਾ। ਜੇ ਅਸੀਂ ਦੋਨਾਂ ਚੋਂ ਇੱਕ ਗੱਲ ਰੱਖਾਂਗੇ ਵੀ ਪੜ੍ਹ ਲੈਣ ਨਾਲ ਸਾਰਾ ਕੁਝ ਹੈ, ਗੁਰੂ ਸਾਹਿਬ ਕਹਿੰਦੇ ਨਾ ਭਾਈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਇੰਗਮ ਸਾਧੇ, ਪੰਜ ਜਨਾਂ ਸੇ ਸੰਗ ਨਾ ਛੁਟਕਿਓ, ਅਦਕ ਅਹਮੁੰਦ ਵਾਧੇ। ਕਹਿੰਦੇ ਪੰਜ ਜਨਾਂ ਸਿਓ, ਆ ਜਿਹੜੇ ਅੰਦਰ ਸਾਡੇ ਵਿਕਾਰ ਚੱਲ ਰਹੇ ਨੇ ਨਾ, ਕਹਿੰਦੇ ਇਹਨਾਂ ਤੋਂ ਤੇ ਖਹਿੜਾ ਛੱਡਿਆ ਨਹੀਂ, ਇਹਨਾਂ ਤੋਂ ਤੇ ਖਹਿੜਾ ਨਹੀਂ ਛੱਡਿਆ। ਇਹਨਾਂ ਦੇ ਤੇ ਨਾਲ ਨਾਲ ਫਿਰਦੇ ਨੇ। ਦੇਸ ਛੋੜ ਪਰਦੇਸੈ ਧਾਇਓ, ਕਹਿੰਦੇ ਦੇਸ਼ ਛੱਡ ਕੇ ਪਰਦੇਸ ਚ ਚਲਿਆ ਗਿਆ। ਕਹਿੰਦੇ ਇਹਨਾਂ ਨੂੰ ਪੰਜਾਂ ਨੂੰ ਉੱਥੇ ਵੀ ਨਾਲ ਹੀ ਲੈ ਗਿਆ। ਕੀ ਫਾਇਦਾ ਹੋਇਆ? ਕਹਿੰਦੇ ਛੱਡਣੇ ਤੇ ਅੰਦਰੋਂ ਵਿਕਾਰ ਸੀ, ਅਸੀਂ ਵਿਕਾਰਾਂ ਨੂੰ ਛੱਡਤਾ। ਅਸੀਂ ਵਿਕਾਰਾਂ ਨੂੰ ਛੱਡਿਆ ਨਹੀਂ, ਔਗਣਾਂ ਨੂੰ ਛੱਡਤਾ, ਗੁਣਾਂ ਨੂੰ ਛੱਡਤਾ। ਗੁਣਾਂ ਨੂੰ ਛੱਡਣੇ ਤੇ ਵਿਕਾਰ ਸੀ, ਛੱਡ ਤੇ ਗੁਣ ਛੱਡਤੇ। ਅਸੀਂ ਅਮਲ ਕਰਨਾ ਹੈ ਭਾਈ, ਅਮਲ। ਤਾਂ ਗੁਰੂ ਸਾਹਿਬ ਕਹਿੰਦੇ ਪੰਜੇ ਇਹ ਤੇ ਛੱਡੇ ਨਹੀਂ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਕਤ ਨਹੀਂ ਛੁਟੀ, ਨੇ ਫਲ ਪਈ ਸਭ ਸੇਵਾ। ਕਹਿੰਦੇ ਉਤੇ ਨੇ ਫਲ ਹੈ, ਤੇਰੀ ਸੇਵਾ ਕੀਤੀ ਹੋਈ ਉਹ ਕਿਸੇ ਅਰਥ ਨਹੀਂ ਹੈ, ਬੇਅਰਥ ਹੈ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਮੈਂ ਇਸ ਤਰ੍ਹਾਂ ਦੇ ਬਹੁਤ ਕਰਮ ਕੀਤੇ ਵੀ ਮੈਂ ਪੁੱਠਾ ਲਟਕਲਾ, ਮੈਂ ਜਲ ਧਾਰੇ ਕਰ ਲਾਂ, ਮੈਂ ਆ ਵੀ ਕਰ ਲਾਂ, ਮੈਂ ਮੌਨ ਧਰ ਲਾਂ, ਮੌਨ ਧਾਰ ਲਾਂ। ਇਸ ਤਰ੍ਹਾਂ ਦੇ ਕਹਿੰਦੇ ਬਹੁਤ ਕਰਮ ਕੀਤੇ। ਤਾਂ ਗੁਰੂ ਸਾਹਿਬ ਕਹਿੰਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਕਹਿੰਦੇ ਜੀ ਫਿਰ ਹੁਣ ਹਾਰ ਭਰਿਓ ਸੁਆਮੀ ਕੈ ਦਵਾਰੈ, ਤੀਜੈ ਬੁੱਧ ਵਿਵੇਕਾ। ਹੁਣ ਹਾਰ ਕੇ ਨਾ ਜੀ ਮੈਂ ਸੁਆਮੀ ਦੇ ਦਰ ਤੇ ਆ ਕੇ ਡਿੱਗ ਗਿਆ। ਹਾਰ ਭਰਿਓ ਸੁਆਮੀ ਕੈ ਦਵਾਰੈ, ਦੀਜੈ ਬੁੱਧ ਵਿਵੇਕਾ। ਸਾਨੂੰ ਨਾ ਸੱਚੇ ਪਾਤਸ਼ਾਹ ਜੀ ਹੁਣ ਮੈਂ ਹਾਰ ਕੇ ਥੱਕ ਕੇ ਤੁਹਾਡੇ ਚਰਨਾਂ 'ਚ ਆ ਗਿਆ, ਹੁਣ ਮੈਨੂੰ ਚੰਗੀ ਜੀ ਬੁੱਧ ਦੇ ਦਿਓ। ਬੁੱਧ ਕਬੁੱਧ ਨਹੀਂ, ਬੁੱਧ ਦੇ ਦਿਓ। ਜੇ ਬੁੱਧੀ ਚੰਗੀ ਹੋਵੇ ਇਨਸਾਨ ਚੰਗੇ ਕਰਮ ਕਰਦਾ, ਚੰਗਾ ਬਣ ਜਾਂਦਾ। ਜੇ ਬੁੱਧੀ ਮਾੜੀ ਹੋਵੇ ਇਨਸਾਨ ਮਾੜਾ ਬਣ ਜਾਂਦਾ। ਬੁੱਧੀ ਨਾਲ ਕਬੁੱਧ ਡੋਮਣੀ ਕੁਦਾਇਆ ਕਸੈਣ, ਪਰ ਨਿੰਦਾ ਘਟ ਚੋਹੜੀ। ਮੁੱਠੀ ਕ੍ਰੋਧ ਚੰਡਾਲ,
ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਇੱਥੇ ਛੱਡੇ ਨਹੀਂ, ਇੱਥੇ ਛੱਡੇ ਨਹੀਂ ਅਸੀਂ ਨੇ। ਛੱਡਣੇ ਤੇ ਮਾੜੇ ਵਿਕਾਰ ਸੀ, ਛੱਡ ਤੇ ਗੁਣ। ਗੁਣਾਂ ਨੂੰ ਗ੍ਰਹਿਣ ਕਰਨਾ, ਗੁਣਾਂ ਨੂੰ ਗ੍ਰਹਿਣ ਕਰਨਾ ਤੇ ਔਗਣਾਂ ਨੂੰ ਪਾਸੇ ਕਰਨਾ। ਤਾਂ ਗੁਰੂ ਸਾਹਿਬ ਕਹਿੰਦੇ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਮੈਨੂੰ ਚੰਗੀ ਜੀ ਬੁੱਧ ਦੇ ਦਿਓ ਸੱਚੇ ਪਾਤਸ਼ਾਹ ਜੀ। ਕਹਿੰਦੇ ਮੈਂ ਇਦੋਂ ਪਹਿਲਾਂ ਬੜਾ ਕੁਛ ਕਰਕੇ ਵੇਖ ਲਿਆ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕੀ ਕੀ ਵੇਖ ਲਿਆ ਭਾਈ? ਮਾੜਾ ਕੀ ਕੀ ਕਰਕੇ ਵੇਖ ਲਿਆ? ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਕਹਿੰਦੇ ਇਹ ਵੀ ਕਰਕੇ ਵੇਖ ਲਿਆ ਜੀ ਅਸੀਂ ਤੇ। ਮੋਨ ਭਇਓ, ਅਸੀਂ ਮੌਨ ਧਾਰ ਕੇ ਰੱਖਿਆ। ਹੁਣ ਬੰਦੇ ਨੇ ਮੌਨ ਧਾਰ ਲਿਆ, ਅਗਲਾ ਕਹਿੰਦੇ ਬੋਲਣਾ ਨਹੀਂ ਭਾਈ, ਮੌਨੀ ਹੈ। ਇੱਕ ਲਵੇ ਕਾਪੀ ਰੱਖੀ ਹੁੰਦੀ, ਇੱਕ ਪੈਨ ਰੱਖਿਆ ਹੁੰਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜੀਭ ਤੇ ਬੰਦ ਕਰ ਲੈ, ਜੀਭ ਤੇ ਰੋਕ ਲਈ, ਮਨ ਤੇ ਬੋਲਦਾ। ਮਨ ਬੋਲਦਾ ਭਾਈ, ਮਨ ਰੋਕਣਾ ਸੀ, ਜੀਭ ਨਹੀਂ ਰੋਕਣੀ। ਜੀਭ ਤੇ ਸਾਨੂੰ ਬੋਲਣ ਵਾਸਤੇ ਗੁਰੂ ਸਾਹਿਬ ਨੇ ਦਿੱਤੀ ਹੈ ਭਾਈ। ਮਨ ਰੋਕਣਾ ਸੀ ਮਾੜੇ ਕੰਮਾਂ ਤੋਂ। ਜਦੋਂ ਸਾਡਾ ਮਨ ਸਾਨੂੰ ਮਾੜੇ ਪਾਸੇ ਲੈ ਕੇ ਜਾਂਦਾ, ਉਦੋਂ ਅਸੀਂ ਉਧਰੋਂ ਪੈਰ ਰੋਕਣੇ ਸੀ, ਉਧਰ ਜਾਣਾ ਨਹੀਂ ਸੀ। ਜਦੋਂ ਸਾਡੇ ਮਨ ਕਹਿੰਦਾ ਅੱਖਾਂ ਨੂੰ ਰੋਕਣਾ ਸੀ ਮਾੜੇ ਪਾਸਿਆਂ ਤੋਂ। ਜੇ ਅਸੀਂ ਮਨ ਨੂੰ ਰੋਕ ਲਾਂਗੇ ਸਾਰਾ ਹੀ ਕੁਝ ਠੀਕ ਹੋ ਜਾਊਗਾ। ਗੁਰੂ ਸਾਹਿਬ ਕਹਿੰਦੇ ਜੀਭ ਨਹੀਂ ਰੋਕਣੀ ਸੀ ਭਾਈ। ਜੀਭ ਤੇ ਤੈਨੂੰ ਦਿੱਤੀ ਹੈ ਬੋਲਣ ਵਾਸਤੇ, ਚੰਗਾ ਬੋਲ। ਕਹਿੰਦੇ ਮੋਨ ਭਇਓ ਕਰਪਾਤੀ ਰਹਿਓ। ਕਰਪਾਤੀ ਹੁੰਦਾ ਹੱਥ, ਵੀ ਅਸੀਂ ਨੇ ਨਾ ਭਾਂਡਾ ਨਹੀਂ ਵਰਤਣਾ ਕੋਈ, ਅਸੀਂ ਤੇ ਹੱਥਾਂ ਦੀ ਛਕਦੇ ਆ। ਕਹਿੰਦੇ ਤੈਨੂੰ ਭਾਂਡੇ ਦਿੱਤੇ ਨੇ ਭਾਈ, ਤੂੰ ਬੈਠ ਕੇ ਪ੍ਰਸ਼ਾਦਾ ਵਧੀਆ ਤਰੀਕੇ ਨਾਲ ਛਕ। ਹਾਂ, ਕਦੇ ਐਸਾ ਸਮਾਂ ਬਣ ਜਾਂਦਾ ਕਿਤੇ ਅਸੀਂ ਚੱਲੇ ਆ, ਰਸਤੇ ਦੇ ਵਿੱਚ ਨਹੀਂ ਸਾਧਨ ਸਾਡੇ ਕੋਲ, ਉਦੋਂ ਤੁਸੀਂ ਹੱਥ ਤੇ ਪ੍ਰਸ਼ਾਦਾ ਧਰ ਕੇ ਵੀ ਛਕ ਸਕਦੇ ਹੋ। ਉੱਥੋਂ ਨਹੀਂ ਮਨਾ, ਪਰ ਜਿਹੜਾ ਕਦੇ ਨਾ ਵੀ ਮੈਂ ਭਾਂਡਿਆਂ 'ਚ ਛਕਣਾ ਹੀ ਨਹੀਂ ਕਦੇ, ਤਾਂ ਗੁਰੂ ਸਾਹਿਬ ਕਹਿੰਦੇ ਇਹ ਤੇ ਤੇਰਾ ਪਖੰਡ ਹੈ ਭਾਈ, ਇਹ ਤੇ ਪਖੰਡ ਹੈ। ਇਹਦੇ ਨਾਲ ਕੀ ਹੋਣਾ? ਨਗਨ ਫਿਰਿਓ ਬਨ ਮਾਹੀ। ਕਹਿੰਦੇ ਵਸਤਰ ਨਹੀਂ ਪਹਿਨਦਾ ਨਾ, ਵਸਤਰ ਨਾ ਪਹਿਨ ਕੇ ਵੀ ਮੈਂ ਕੱਪੜੇ ਨਹੀਂ ਪਾਉਂਦਾ ਜੀ, ਜੰਗਲਾਂ 'ਚ ਫਿਰਦਾ। ਹੁਣ ਟੀਵੀ ਤੇ ਵੇਖਦੇ ਆ ਕਈ ਐਸੇ ਨੇ ਜਿਹੜੇ ਕੱਪੜੇ ਨਹੀਂ ਪਾਉਂਦੇ, ਨਗਨ ਨੇ, ਉਹਨਾਂ ਨੂੰ ਵੀ ਲੋਕ ਮੱਥੇ ਟੇਕਦੇ ਨੇ, ਕਹਿੰਦੇ ਤੇ ਵੱਡੇ ਸਾਧੂ ਨੇ। ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਉਹਨਾਂ ਦੇ ਸਾਹਮਣੇ ਖੜੇ ਕਰ ਦਿੰਦੇ ਆ। ਚੰਗੀ ਗੱਲ ਥੋੜੀ ਹੈ ਵੀ ਸਾਡੀਆਂ ਧੀਆਂ ਭੈਣਾਂ ਉਹਨਾਂ ਦੇ ਜਿਹੜੇ ਨਗਨ ਹੋਏ ਫਿਰਦੇ ਨੇ ਉਹਨਾਂ ਦੇ ਸਾਹਮਣੇ ਖੜਨ, ਮੱਥੇ ਟੇਕਣ ਉਹਨਾਂ ਨੂੰ। ਇਹ ਕਿੱਥੇ ਲਿਖਿਆ? ਤਾਂ ਗੁਰੂ ਸਾਹਿਬ ਕਹਿੰਦੇ ਨਗਨ ਰਹਿਣ ਦੇ ਨਾਲ ਵੀ ਰੱਬ ਨਹੀਂ ਮਿਲਿਆ ਕਰਦਾ। ਹੱਥਾਂ ਤੇ ਇਕੱਲਾ ਪ੍ਰਸ਼ਾਦਾ ਛਕ ਕੇ ਉਹਨਾਂ ਨਾਲ ਰੱਬ ਨਹੀਂ ਮਿਲਿਆ ਕਰਦਾ। ਜੇ ਮੌਨ ਧਾਰ ਲਓਗੇ ਕਹਿੰਦੇ ਇਹਨਾਂ ਚੀਜ਼ਾਂ ਨਾਲ ਰੱਬ ਨਹੀਂ ਮਿਲਿਆ ਕਰਦਾ। ਜੇ ਨਗਨ ਰਹਿਣ ਨਾਲ ਰੱਬ ਮਿਲਦਾ ਹੁੰਦਾ ਨਾ, ਤਾਂ ਗੁਰੂ ਸਾਹਿਬ ਕਹਿੰਦੇ ਜੰਗਲਾਂ ਦੇ ਵਿੱਚ ਕਿੰਨੇ ਜਾਨਵਰ ਨੇ, ਉਹਨਾਂ ਨੇ ਕਿਹੜਾ ਜੀਨ ਦੀਆਂ ਬੈਂਟਾਂ ਪਾ ਲੀਆਂ, ਉਹ ਤੇ ਐਂ ਫਿਰਦੇ ਨੇ, ਉਹ ਤੇ ਮੁਕਤ ਹੋਏ ਨਹੀਂ। ਮੁਕਤ ਤੇ ਅਸੀਂ ਨੇ ਸੰਸਾਰ 'ਚ ਰਹਿੰਦਿਆਂ ਆਪਣੇ ਬੱਚਿਆਂ 'ਚ ਰਹਿੰਦਿਆਂ ਆਪਣੇ ਪਰਿਵਾਰ 'ਚ ਰਹਿੰਦਿਆਂ
ਪਰਿਵਾਰ ਤੋਂ ਉੱਪਰ ਉੱਠ ਕੇ ਗੁਰਬਾਣੀ ਦੇ ਨਾਲ ਜੁੜ ਕੇ ਇਹ ਸੰਸਾਰ 'ਚ ਰਹਿੰਦਿਆਂ ਰਹਿੰਦਿਆਂ ਮੁਕਤ ਹੋਣਾ ਭਾਈ। ਅਸੀਂ ਤੇ ਹੋਰੇ ਕਿਤੇ ਵਾਗੇ, ਅਸੀਂ ਤੇ ਹੋਰੇ ਕਿਤੇ ਜਾ ਰਹੇ। ਗੁਰੂ ਸਾਹਿਬ ਕਹਿੰਦੇ ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਕਹਿੰਦੇ ਤੀਰਥਾਂ ਤੇ ਕੰਢਿਆਂ ਤੇ ਜਾ ਕੇ ਵੀ ਵਸ ਗਏ ਤੇ ਧਰਤੀ ਦਾ ਭ੍ਰਮਣ ਕਰਤਾ ਵੀ ਅਸੀਂ ਤੇ ਸਾਧੂ ਹਾਂ ਜੀ, ਚੱਲਦੇ ਆ ਬਸ, ਕਦੇ ਐਸ ਜਗ੍ਹਾ ਕਦੇ ਐਸ ਜਗ੍ਹਾ, ਤੇ ਦੁਬਦਾ ਛੁਟਕੈ ਨਾਹੀ। ਹੁਣ ਧਰਤੀ ਦਾ ਭ੍ਰਮਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 4 ਉਦਾਸੀਆਂ ਕੀਤੀਆਂ ਭਾਈ, 4 ਉਦਾਸੀਆਂ। ਉਹ ਦੁਬਦਾ ਚ ਨਹੀਂ ਸਨ, ਉਹ ਲੋਕਾਂ ਨੂੰ ਗਿਆਨ ਵੰਡਣ ਵਾਸਤੇ ਚੱਲੇ ਹੋਏ ਸੀ, ਗਿਆਨ ਵੰਡਣ ਵਾਸਤੇ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦੋਨੋਂ ਇਕੱਠੇ ਸੀ, ਭਰਾ ਭਰਾ ਬਣੇ ਹੋਏ ਸੀ ਦੋਨੋਂ, ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਮਰਦਾਨਾ। ਦੋਨੋਂ ਇਕੱਠੇ ਨੇ, ਚੱਲਦੇ ਨੇ, ਤੇ ਮਨ ਵਿੱਚ ਕੋਈ ਦੁਬਿਧਾ ਨਹੀਂ ਹੈ, ਮਨ ਬਿਲਕੁਲ ਸਾਫ਼ ਹੈ। ਤਾਂ ਲੋਕਾਂ ਨੂੰ ਉਪਦੇਸ਼ ਕਰਦੇ ਨੇ, ਤਾਂ ਕਰਦੇ ਨੇ ਲੋਕਾਂ ਨੂੰ ਉਪਦੇਸ਼। ਤੇ ਇੱਥੇ ਗੁਰੂ ਸਾਹਿਬ ਕਹਿੰਦੇ ਤੀਰਥਾਂ ਤੇ ਜਾ ਕੇ ਵਸ ਗਏ, ਧਰਤੀ ਦਾ ਭ੍ਰਮਣ ਵੀ ਕਰ ਲਿਆ, ਪਰ ਦੁਬਿਧਾ ਮਨ ਵਿੱਚ ਪਈ ਹੋਈ ਹੈ, ਦੁਬਿਧਾ ਤੇ ਨਿਕਲੀ ਨਹੀਂ। ਜਿੰਨਾ ਚਿਰ ਅਸੀਂ ਆਪ ਦੁਬਿਧਾ ਚ ਹਾਂ, ਉਹਨਾਂ ਚਿਰ ਅਸੀਂ ਦੂਜੇ ਨੂੰ ਕੀ ਉਪਦੇਸ਼ ਦੇ ਸਕਦੇ ਹਾਂ ਭਾਈ। ਗੁਰੂ ਸਾਹਿਬ ਕਹਿੰਦੇ ਏਦਾਂ ਨਹੀਂ ਗੱਲ ਬਣਨੀ, ਦੁਬਿਧਾ ਚੋਂ ਨਿਕਲ, ਫਿਰ ਤੇਰਾ ਕੁਛ ਨਾ ਕੁਛ ਬਣ ਸਕਦਾ ਭਾਈ। ਜਿੰਨਾ ਚਿਰ ਦੁਬਿਧਾ ਚ ਹੈ ਉਹਨਾਂ ਚਿਰ ਕੀ ਫਾਇਦਾ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਬਤ ਧਰਾਏ। ਗੁਰੂ ਸਾਹਿਬ ਸਾਨੂੰ ਕਿੰਨਾ ਸੋਹਣਾ ਸਮਝਾਉਂਦੇ ਆ ਭਾਈ। ਮਨ ਕਾਮਨਾ ਤੀਰਥ ਜਾਏ ਵਸਿਓ। ਹੁਣ ਅਸੀਂ ਤੀਰਥ ਤੇ ਜਾਂਦੇ ਆ ਕਾਹਦੇ ਵਾਸਤੇ? ਮਨ 'ਚ ਕਾਮਨਾ ਰੱਖ ਕੇ, ਮਨ 'ਚ ਇੱਛਾ ਰੱਖ ਕੇ ਜਾਂਦੇ ਆ ਵੀ ਅਸੀਂ ਫਲਾਣੇ ਥਾਂ ਤੇ ਚੱਲੇ ਆ, ਆ ਮਿਲ ਜੇ ਉੱਥੋਂ, ਆ ਮਿਲ ਜੇ, ਆ ਮਿਲ ਜੇ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਭਾਈ, ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਬਤ ਧਰਾਏ। ਕਈ ਨਾ ਪਹਿਲੇ ਸਮਿਆਂ ਦੇ ਵਿੱਚ, ਪਹਿਲੇ ਸਮਿਆਂ ਦੇ ਵਿੱਚ ਬਨਾਰਸ ਦੇ ਵਿੱਚ ਇੱਕ ਸ਼ਿਵ ਜੀ ਦਾ ਆਰਾ ਲੱਗਿਆ ਹੋਇਆ ਸੀ, ਜੋ ਉੱਥੇ ਦੇ ਪੁਜਾਰੀ ਨੇ ਕਹਿਣਾ ਵੀ ਤੂੰ ਮੁਕਤ ਹੋ ਜਾਏਗਾ, ਆ ਆਰੇ ਨਾਲ ਆਪਣੇ ਆਪ ਨੂੰ ਚਰਾ ਲੈ। ਲੋਕ ਆਰੇ ਨਾਲ ਚਰਾ ਕੇ ਚੀਰੇ ਜਾਂਦੇ। ਪਰ ਕਹਿੰਦੇ ਇਹਨਾਂ ਗੱਲਾਂ ਨਾਲ ਤੇ ਕੁਛ ਨਹੀਂ ਨਾ ਬਣਦਾ। ਜਦ ਤੁਸੀਂ ਮਨ ਦੀ ਕਾਮਨਾ ਲੈ ਕੇ ਕਿਤੇ ਜਾਂਦੇ ਹੋ ਵੀ ਮੇਰਾ ਆਹ ਕੰਮ ਬਣ ਜੇ, ਆਹ ਕੰਮ ਬਣ ਜੇ, ਜਦੋਂ ਅਸੀਂ ਕਾਮਨਾ ਇਹ ਰੱਖੀਏ ਵੀ ਸੱਚੇ ਪਾਤਸ਼ਾਹ ਮੇਰੇ ਅੰਦਰ ਜਿਹੜੇ ਵਿਕਾਰ ਨੇ ਉਹ ਨਿਕਲ ਜਾਣ ਤੇ ਮੇਰੇ ਅੰਦਰ
ਗੁਰਬਾਣੀ ਵਸ ਜੇ, ਮੇਰੇ ਅੰਦਰ ਗੁਣ ਪੈਦਾ ਹੋ ਜਾਣ। ਜਦੋਂ ਅਸੀਂ ਕਾਮਨਾ ਰੱਖ ਕੇ ਜਾਂਦੇ ਆ ਵੀ ਘਰ ਵਿੱਚ ਪੁੱਤ ਹੋ ਜੇ, ਜਦੋਂ ਪੁੱਤ ਹੋ ਜਾਂਦਾ ਫਿਰ ਉਦੋਂ ਬਾਅਦ ਜਾਣਾ ਹੀ ਬੰਦ ਕਰ ਦਿੰਦੇ ਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਫਿਰ ਉਹ ਦਾਤੇ ਨੂੰ ਇਹ ਭੁੱਲ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਭਾਈ ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰ ਵਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਦ, ਜੇ ਲੱਖ ਯਤਨ ਕਰਾਏ। ਕਹਿੰਦੇ ਮਨ ਦੀ ਮੈਲ ਨਹੀਂ ਉਤਰਦੀ ਭਾਈ ਇਹਨਾਂ ਯਤਨਾਂ ਦੇ ਨਾਲ, ਇਹਨਾਂ ਗੱਲਾਂ ਦੇ ਨਾਲ ਮਨ ਦੀ ਮੈਲ ਹੋਰ ਲੱਗਦੀ ਹੈ। ਕਿਉਂ? ਅਗਲਾ ਕਹਿੰਦੇ ਮੈਂ ਤੇ ਹਰ ਸਾਲ ਜਾਣਾ ਗੰਗਾ ਤੇ ਨਹਾਉਣ, ਮੈਂ ਤੇ ਹਰ ਸਾਲ ਜਾਣਾ, मैं ते हर साल जाना अबचल नगर नदेड़ साहब, हर साल जाना। ये हंकार हो गया। गुरु साहब कहते इस तरह ते मन की मैल ना उतरै यह बिद, जे लख यतन कराए। कहते तीर्थां ते लोग जाते ने, समा मन काले करके मुड़ते ने, मन काले हंकारी होके आउंदा बंदा, हंकारी हो जाता बंदा। मन कामना तीर्थ जाए वसियो, सिर कर वत तराए, मन की मैल ना उतरे यह बिद। जे बंदा तीर्थां ते जाके बस गया, घर भी पा लिया उत्थे, तो जदों असीं पढ़दे ना कि वीर गंगा तीर जो घर करे, पीवह निर्मल नीर, बिन हर मुक्त न भगत न मुक्त होए, बिन हर भगत न मुक्त होए, इउं कह रमै कबीर। कबीर साहब कहंदे गंगा ते जाके घर पा लै तू, गंगा ते जाके घर पा लै ते गंगा दा पानी पिया कर, गंगा दे पानी दे नाल सारा कुछ तैयार कर भोजन, ਉਹਦੇ ਨਾਲ ਕਹਿੰਦੇ ਅੰਦਰੋਂ ਸਾਫ਼ ਹੋ ਜਾਏਗਾ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵਹਿ ਨਿਰਮਲ ਨੀਰ, ਗੰਗਾ ਦੇ ਪਾਣੀ ਨੂੰ ਪਵਿੱਤਰ ਮੰਨਿਆ, ਕਹਿੰਦੇ ਉਹਨੂੰ ਪੀ ਲਿਆ ਕਰ। ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ। ਜਿੰਨਾ ਚਿਰ ਸਾਡੀ ਗੁਰੂ ਨਾਲ ਸਾਂਝ ਨਹੀਂ ਬਣਦੀ ਨਾ, ਉਹਨਾਂ ਚਿਰ ਮੁਕਤ ਥੋੜਾ ਹੋਣਾ। ਚਾਹੇ ਗੰਗਾ ਦੇ ਕਿਨਾਰੇ ਤੇ ਬਹਿ ਜਾ ਕੇ, ऐदां नहीं मुक्त होया जाना। पंजवें पातशाह गुरु अर्जन साहब सानू सारा कुछ दसदे आ भाई भी इन्हां तरीकियां दे नाल तेरी गुरु नाल सांझ नहीं पैनी, इन्हां तरीकियां नाल, इन्हां तरीकियां नाल, इन्हां दे नाल तेरे मन नू मैल होर लगूगी। मन की मैल ना उतरै ये बिद, कहंदे ऐ नहीं उतरदी मैल। ये मैल नूं साफ करन दा इक्को साबण है, इक्को साबण है जिहड़ा साडे कोल एक ओंकार तो लैके 18 10 20 तक गुरबाणी साडे कोल है। ਇਹ ਗੁਰਬਾਣੀ ਦਾ ਸਾਬਣ ਅਸੀਂ ਲਾਈਏ, ਇਹਦੇ ਨਾਲ ਸਾਡੇ ਮਨ ਦੀ ਮੈਲ ਉਤਰਨੀ ਹੈ ਭਾਈ। ਫਿਰ ਵੇਖਿਓ ਸਾਡਾ ਮਨ ਜਦੋਂ ਸਾਫ਼ ਹੋ ਗਿਆ, ਵਧੀਆ ਹੋ ਗਿਆ, ਫਿਰ ਵੇਖਿਓ ਕਿੰਨਾ ਫਰਕ ਪੈਣਾ, ਜੀਵਨ 'ਚ ਕਿੰਨੀ ਤਬਦੀਲੀ ਆਉਣੀ ਹੈ। ਕਨਕ ਕਾਮਨੀ ਹੈਵਰ ਗੈਵਰ, ਬਹੁ ਵਿਦ ਦਾਨ ਦਾਤਾਰਾ। हैवर कनक कामनी, कनक सोना कामनी स्त्री। कई सोने दे नाल लद्दी हुई औरत नूं दान कर दिंदे ने, अपनी औरत। कई थावां ते अज भी ये है भी औरत दान कीती। सोने दे नाल
ਗਹਿਣਿਆਂ ਦੇ ਨਾਲ, ਹਾਰ ਸ਼ਿੰਗਾਰ ਦੇ ਸਮੇਤ, ਕਨਕ ਕਾਮੀ, ਹੈਵਰ ਗੈਵਰ, ਘੋੜੇ, ਹਾਥੀ ਇਹ ਦਾਨ ਚ ਦੇਣੇ। ਬਹੁ ਵਿਧ ਦਾਨ ਦਾਤਾਰਾ, ਬਹੁਤ ਤਰੀਕਿਆਂ ਦੇ ਰਾਹੀਂ ਦਾਨ ਲੋਕੀ ਕਰਦੇ ਆ, ਪਰ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆਇਆ, ਇੱਥੇ ਅਸੀਂ ਦਾਨ ਨਹੀਂ, ਜੇ ਕੁਛ ਦੇਣਾ ਹੁੰਦਾ ਨਾ ਤਾਂ ਭੇਟਾ ਹੁੰਦੀ ਹੈ, ਦਾਨ ਤੇ ਅਸੀਂ ਗੁਰੂ ਤੋਂ ਲੈਣਾ ਹੈ, ਦਾਨ ਤੇ ਅਸੀਂ ਗੁਰੂ ਤੋਂ ਲੈਣਾ ਹੈ। ਅਸੀਂ ਤੇ ਭੇਟਾ ਕਰ ਸਕਦੇ ਹਾਂ ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ। ਅਸੀਂ ਕੌਣ ਆ ਜਿਹੜੇ ਗੁਰੂ ਨੂੰ ਦਾਨ ਕਰ ਦਾਂਗੇ ਕੋਈ ਚੀਜ਼? ਅਸੀਂ ਕਿੱਡੇ ਕਦਾਨੀ ਬਣ ਗਏ। ਅਸੀਂ ਭੇਟਾ ਕਰ ਸਕਦੇ ਹਾਂ ਵੀ ਸੱਚੇ ਪਾਤਸ਼ਾਹ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਨੇ, ਉਹਦੇ ਵਿੱਚੋਂ ਕਿਣਕਾ ਮਾਤਰ ਮੈਂ ਭੇਟਾ ਕਰ ਰਿਹਾ। ਜੇ ਅਸੀਂ ਗੁਰੂ ਸਾਹਿਬ ਦੇ ਨਾਲ ਪਿਆਰ ਕਰਕੇ ਗੁਰੂ ਸਾਹਿਬ ਨੂੰ ਇੱਕ ਕੌਡੀ ਵੀ ਭੇਟ ਕਰਦੀ ਹੈ ਨਾ, ਕੌਡੀ ਵੀ, ਤਾਂ ਵੀ ਪ੍ਰਵਾਨ ਹੈ ਭਾਈ, ਕੌਡੀ ਵੀ। ਪਰ ਜੇ ਅਸੀਂ ਹੰਕਾਰ ਚ ਕਹੀਏ ਮੈਂ ਲੱਖ ਦਾਨ ਕੀਤਾ, ਗੁਰੂ ਸਾਹਿਬ ਕਹਿੰਦੇ ਸਾਨੂੰ ਨਹੀਂ ਪ੍ਰਵਾਨ, ਬੇਸ਼ੱਕ ਭਾਗਿਆ ਗੋਲਕ ਚ, ਸਾਨੂੰ ਨਹੀਂ ਪ੍ਰਵਾਨ ਹੈ ਤੇਰਾ ਲੱਖ। ਗੁਰੂ ਸਾਹਿਬ ਕਹਿੰਦੇ ਕਨਕ ਕਾਮਨੀ ਹੈਬਰ ਗੈਬਰ, ਬਹੁ ਵਿਧ ਦਾਨ ਦਾਤਾਰਾ, ਅੰਨ ਵਸਤਰ ਭੂਮ ਬਹੁ ਅਰਪੈ, ਨਹਿ ਮਿਲੀਐ ਹਰ ਦੁਆਰਾ। ਹੁਣ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਅੰਨ ਵਸਤਰ, ਕਈ ਅੰਨ ਕਈ ਵਸਤਰ ਕਈ ਧਰਤੀ ਦਾਨ ਕਰ ਦਿੰਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ। ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਰੱਬ ਨਹੀਂ ਮਿਲਦਾ। ਲੰਗਰ ਲਾਉਣਾ ਮਾੜਾ ਨਹੀਂ ਭਾਈ, ਲੰਗਰ ਤੇ ਲਾਉਣਾ ਹੈ, ਲੰਗਰ ਤੇ ਲਾਉਣਾ ਹੈ, ਪਰ ਅਸੀਂ ਇਹ ਇੱਛਾ ਰੱਖ ਕੇ ਨਾ ਲਾਈਏ ਵੀ ਅਸੀਂ ਲੰਗਰ ਲਾਇਆ ਇਹਦੇ ਨਾਲ ਸਾਨੂੰ ਰੱਬ ਮਿਲੂ। ਲੰਗਰ ਇੱਕ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਇਹ ਗੁਰੂ ਸਾਹਿਬ ਦੀ ਮਰਿਆਦਾ ਹੈ ਭਾਈ। ਵੀ ਗੁਰਦੁਆਰੇ ਦੇ ਵਿੱਚੋਂ ਕੋਈ ਪ੍ਰਸ਼ਾਦੇ ਤੋਂ ਖਾਲੀ ਨਾ ਜਾਵੇ। ਕਿਸੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਰਾਤ ਕੱਟਣੀ ਹੈ, ਉਹਨੂੰ ਮੰਜਾ ਬਿਸਤਰਾ ਮਿਲੇ, ਪਰ ਸਾਡਾ ਜਦੋਂ ਮਨ ਬਿਲਕੁਲ ਸਾਫ਼ ਹੋਊਗਾ, ਸਾਡੀ ਸਾਂਝ ਗੁਰੂ ਨਾਲ ਉਦੋਂ ਬਣਨੀ ਹੈ। ਇਹ ਸਾਡਾ ਗੁਰੂ ਸਾਹਿਬ ਦੇ ਦੱਸੀਆਂ ਹੋਈਆਂ ਰਹਿਤਾਂ ਨੇ, ਮਰਿਆਦਾਵਾਂ ਨੇ, ਵੀ ਇਹਨਾਂ ਦੇ ਇਹ ਭਾਈ ਤੁਸੀਂ ਜੇ ਕਿਸੇ ਨੂੰ ਪ੍ਰਸ਼ਾਦੇ ਦੀ ਲੋੜ ਹੈ ਉਹਨੂੰ ਪ੍ਰਸ਼ਾਦਾ ਚਾਹੀਦਾ, ਕਿਸੇ ਨੂੰ ਕੱਪੜਿਆਂ ਦੀ ਲੋੜ ਹੈ ਉਹਨੂੰ ਕੱਪੜੇ ਚਾਹੀਦੇ ਨੇ। ਪਰ ਜੇ ਅਸੀਂ ਇਹ ਕਹੀਏ ਵੀ ਪ੍ਰਸ਼ਾਦਾ ਛਕਾ ਕੇ ਹੀ ਰੱਬ ਮਿਲਦਾ ਹੈ ਜਾਂ ਬਸਤਰ ਦਾਨ ਕਰਕੇ ਹੀ ਰੱਬ ਮਿਲਦਾ ਹੈ, ਗੁਰੂ ਸਾਹਿਬ ਕਹਿੰਦੇ ਇਹ ਭੁਲੇਖ ਹੈ ਤੇਰੇ ਮਨ ਦਾ, ਇਹ ਭੁਲੇਖ ਹੈ ਤੇਰੇ ਮਨ ਦਾ। ਭੁਲੇਖੇ ਨੂੰ ਬਾਹਰ ਕੱਢ ਦੇ, ਭੁਲੇਖਿਆਂ ਨੂੰ ਬਾਹਰ ਕੱਢ ਦੇ, ਦੁਬਿਧਾ ਨੂੰ ਬਾਹਰ ਕੱਢ ਦੇ। ਜਿਹੜੀ ਤੇਰੇ ਮਨ ਵਿੱਚ ਦੁਬਿਧਾ ਪੈ ਗਈ ਉਹਨੂੰ ਬਾਹਰ ਕੱਢ ਦੇ। ਜਦੋਂ ਦੁਬਿਧਾ ਚੋਂ ਬਾਹਰ ਨਿਕਲ ਜਾਏਗਾ ਫਿਰ ਇੱਕਮਿਕ ਹੋ ਜਾਏਗਾ। ਜਿੰਨਾ ਚਿਰ ਤੇਰੇ ਅੰਦਰ ਦੁਬਿਧਾ ਦੁਚਿੱਤੀ ਚ ਹੈ ਉਹਨਾਂ ਚਿਰ ਅੰਦਰੋਂ ਖਾਲੀ ਦਾ ਖਾਲੀ ਹੈ ਭਾਈ। ਜਿਹੜੀ ਸਾਡੇ ਅੰਦਰ ਭਟਕਣ ਹੈ ਉਹਨੂੰ ਮਿਟਾ ਦਈਏ ਅਸੀਂ,
ਉਹਨੂੰ ਮਿਟਾ ਦਈਏ। ਜਿੱਥੇ ਲੋੜ ਹੈ ਉੱਥੇ ਅਸੀਂ ਚੀਜ਼ ਦੇ ਸਕਦੇ ਹਾਂ, ਜਿੱਥੇ ਲੋੜ ਹੈ। ਜੇ ਅਸੀਂ ਕਹੀਏ ਵੀ ਇੱਕ ਬੰਦਾ ਤੇ ਰੱਜਿਆ ਹੋਇਆ, ਉਹਨੂੰ ਧੱਕੇ ਨਾਲ ਪ੍ਰਸ਼ਾਦਾ ਛਕ, ਧੱਕੇ ਨਾਲ ਪ੍ਰਸ਼ਾਦਾ ਛਕ, ਮੈਨੂੰ ਰੱਬ ਮਿਲੂਗਾ। ਗੁਰੂ ਸਾਹਿਬ ਕਹਿੰਦੇ ਏਦਾਂ ਨਹੀਂ ਹੋਇਆ ਕਰਦਾ, ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਤੈਨੂੰ ਤਰੀਕੇ ਨਾਲ ਚੱਲਣਾ ਪੈਣਾ, ਤਰੀਕੇ ਨਾਲ ਚੱਲਣਾ ਪੈਣਾ। ਗੁਰੂ ਸਾਹਿਬ ਕਹਿੰਦੇ ਆਪਣੇ ਅੰਦਰ ਨੂੰ ਵਧੀਆ ਬਣਾ ਲੈ ਬਸ। ਜਦੋਂ ਤੇਰਾ ਅੰਦਰ ਵਧੀਆ ਬਣ ਗਿਆ ਨਾ, ਫਿਰ ਸਾਰਾ ਹੀ ਕੁਝ ਵਧੀਆ ਬਣ ਜਾਣਾ, ਸਾਰਾ ਹੀ ਕੁਝ ਵਧੀਆ ਬਣ ਜਾਣਾ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ। ਹੁਣ ਗੁਰੂ ਸਾਹਿਬ ਕਹਿੰਦੇ ਭਾਈ ਪੂਜਾ ਵੀ ਕਰਦਾ ਮੂਰਤੀਆਂ ਦੀ। ਹੁਣ ਮੂਰਤੀ ਪੂਜਾ ਅਸੀਂ ਵੀ ਰੋਜ਼ ਅਰਦਾਸਾਂ ਕਰਦੇ ਆ, ਪਰ ਮਨ ਸਾਡਾ ਸਾਫ਼ ਨਹੀਂ। ਗੁਰੂ ਸਾਹਿਬ ਕਹਿੰਦੇ ਪਹਿਲਾਂ ਮਨ ਗੁਰੂ ਕੋਲ ਆ। ਜੇ ਤੇਰਾ ਮਨ ਕਾਲਾ ਹੈ, ਤੂੰ ਗੁਰੂ ਦਾ ਦੁਆਰਾ ਨਾ ਛੱਡੀ, ਮੰਦਰ ਚ ਮਸਜਿਦ ਚ ਮਸਜਿਦ ਆਉਣਾ ਨਾ ਛੱਡੀ। ਮਨ ਬੇਸ਼ੱਕ ਤੇਰਾ ਕਾਲਾ ਹੈ, ਬੇਸ਼ੱਕ ਕਾਮੀ ਹੈ, ਕ੍ਰੋਧੀ ਹੈ, ਕੁਛ ਹੈ, ਆਉਂਦਾ ਰਹਿ, ਗੁਰਬਾਣੀ ਨੂੰ ਪੜ੍ਹਦਾ ਰਹਿ, ਗੁਰਬਾਣੀ ਤੇ ਅਮਲ ਕਰਦਾ ਰਹਿ। ਹੌਲੀ 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 ਤੇਰਾ ਜਿਹੜਾ ਅੰਦਰ ਕਾਲਾ ਹੋਇਆ ਪਿਆ ਉਹ ਹੌਲੀ ਹੌਲੀ ਸਾਫ਼ ਹੋ ਜਾਣਾ ਹੈ, ਹੌਲੀ ਹੌਲੀ ਸਾਫ਼ ਹੋ ਜਾਣਾ ਹੈ। ਜੇ ਅਸੀਂ ਡੰਡੌਤਾਂ ਵੀ ਕਰੀਏ, ਗੁਰੂ ਸਾਹਿਬ ਕਹਿੰਦੇ ਡੰਡੌਤਾਂ ਵੀ ਕਰਦਾ ਰਹਿ, ਲੰਬਾ ਵੀ ਪੈਂਦਾ ਰਹਿ, ਪਰ ਕਹਿੰਦੇ ਜੇ ਤੂੰ ਆਪਣੇ ਅੰਦਰੋਂ ਵਿਕਾਰ ਨਾ ਕੱਢੇ, ਡੰਡੌਤਾਂ ਕਰਨ ਦਾ ਵੀ ਕੀ ਫਾਇਦਾ। ਹੁਣ ਜਿਹੜਾ ਸ਼ਿਕਾਰੀ ਹੈ, ਜਿਹਨੇ ਸ਼ਿਕਾਰ ਕਰਨਾ, ਕਹਿੰਦੇ ਉਹ ਮਿਰਗ ਨੂੰ ਮਾਰਨ ਦੇ ਵਾਸਤੇ ਧਰਤੀ ਤੇ ਲੰਬਾ ਪੈ ਜਾਂਦਾ ਹੈ, ਡੰਡੌਤ ਡੰਡੇ ਵਾਂਗ ਸਿੱਧਾ ਪੈ ਜਾਂਦਾ। ਕਹਿੰਦੇ ਜੇ ਤੇਰਾ ਮਨ ਹੀ ਨਹੀਂ ਸਾਫ਼, ਚਾਹੇ ਤੂੰ ਗੁਰੂ ਦੇ ਅੱਗੇ ਵੀ ਲੰਬਾ ਪੈ ਜਾ। ਕਹਿੰਦੇ ਜੇ ਮਨ ਨੂੰ ਵਧੀਆ ਹੀ ਨਹੀਂ ਬਣਾਉਣ ਦਿੱਤਾ, ਸੋਚੀ ਨਹੀਂ ਕਦੇ। ਅਸੀਂ ਮਨ ਨੂੰ ਸੋਹਣਾ ਬਣਾਉਣ ਦੇ ਸੋਚੀਏ, ਗੁਰੂ ਕੋਲ ਆਉਂਦੇ ਰਹੀਏ, ਆਉਂਦੇ ਰਹੀਏ, ਆਉਂਦੇ ਰਹੀਏ। ਇੱਕ ਨਾ ਇੱਕ ਦਿਨ, ਇੱਕ ਨਾ ਇੱਕ ਦਿਨ ਸਾਡਾ ਮਨ ਜਿਹੜਾ ਹੈ ਉਹ ਸਾਫ਼ ਹੋ ਜਾਣਾ। ਜਦੋਂ ਮਨ ਸਾਫ਼ ਹੋ ਗਿਆ ਫਿਰ ਕੀ ਹੋਣਾ? ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਫਿਰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਫਿਰ ਤੇ ਰੱਬ ਕਹਿੰਦਾ ਫਿਰਦਾ ਕਬੀਰ ਕਬੀਰ ਕਬੀਰ। ਪਰ ਸਾਨੂੰ ਆਪਣਾ ਮਨ ਸੋਹਣਾ ਬਣਾਉਣਾ ਪੈਣਾ, ਸੋਹਣਾ ਬਣਾਉਣਾ ਪੈਣਾ। ਹੋ ਹੋ ਕਰਤ ਬੰਧਨ ਮੈਂ ਪਰਿਆ, ਨਹਿ ਮਿਲਿਐ ਇਹੋ ਜੁਗਤਾ। ਬੰਦਾ ਤੀਰਥਾਂ ਤੇ ਜਾਂਦਾ ਹੈ, ਪਾਠ ਕਰਦਾ ਹੈ, ਹੰਕਾਰੀ ਜਦੋਂ ਹੋ ਜਾਂਦਾ ਨਾ, ਫਿਰ ਕੀ ਕਹਿੰਦਾ? ਮੈਂ ਹੋ ਹੋ ਕਰਤ ਬੰਧਨ ਮੈਂ ਪਰਿਆ। ਬੰਧਨਾਂ 'ਚ ਪੈ ਗਿਆ ਸਮਾਂ ਜ਼ਿਆਦੇ। ਜਿੰਨਾ ਚਿਰ ਸਾਡੇ ਅੰਦਰ ਮੈਂ ਹੈ ਨਾ, ਉਹਨਾਂ ਚਿਰ ਅਸੀਂ ਉਹਦੇ ਵਿੱਚ ਅਭੇਦ ਨਹੀਂ ਹੋ ਸਕਦੇ। ਹੁਣ ਜਿਹੜੀ ਬੱਕਰੀ ਹੈ ਨਾ, ਬੱਕਰੀ ਉਹ ਕਰਦੀ ਹੈ ਮੈਂ, ਪਰ ਕਹਿੰਦੇ ਜਦੋਂ ਬੱਕਰੀ ਮਰ ਜਾਂਦੀ ਹੈ, ਉਹਦੀਆਂ ਆਂਦਰਾਂ ਨਿਕਲਦੀਆਂ ਨੇ, ਉਹਦੀਆਂ ਆਂਦਰਾਂ ਨੂੰ ਸੇਕ ਦਿੱਤਾ ਜਾਂਦਾ ਹੈ। ਉਹਦੀਆਂ ਆਂਦਰਾਂ ਫਿਰ ਰਬਾਬ ਤੇ ਲੱਗਦੀਆਂ ਨੇ। ਜਦੋਂ ਉਹਦੀਆਂ ਆਂਦਰਾਂ ਰਬਾਬ ਤੇ ਲੱਗਦੀਆਂ ਨੇ, ਫਿਰ ਉਹਦੇ ਵਿੱਚੋਂ ਆਉਂਦੀ ਹੈ ਆਵਾਜ਼, ਤੂੰ ਤੂੰ ਤੂੰ। फिर किया जाता है तू तू करता तू हुआ, मुझ में रहा ना हूं। जब आपा परका मिट गया, जत देखा तत तू। फिर आउंदी है गल, पहला अपने आप नूं मारना पैंदा है,
ਪਹਿਲਾਂ ਆਪਣੇ ਆਪ ਨੂੰ ਮਾਰਨਾ ਪੈਂਦਾ। ਜਿੰਨਾ ਚਿਰ ਅਸੀਂ ਆਪਣਾ ਆਪ ਨਹੀਂ ਮਾਰਦੇ ਉਹਨਾਂ ਚਿਰ ਅਸੀਂ ਅਭੇਦ ਨਹੀਂ ਹੋ ਸਕਦੇ। ਜਦੋਂ ਅਸੀਂ ਭਾਈ ਗੁਰਦਾਸ ਸਾਹਿਬ ਜੀਆਂ ਨੂੰ ਪੜ੍ਹਦੇ ਆ ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ। ਕਹਿੰਦੇ ਪਹਿਲਾਂ ਮਰਨਾ ਪੈਣਾ ਭਾਈ, ਮਰਨਾ। ਸਰੀਰਕ ਮੌਤ ਨਹੀਂ, ਸਰੀਰਕ ਮੌਤ ਨਹੀਂ। ਜਦੋਂ ਸਰੀਰਕ ਮੌਤ ਹੋ ਗਈ ਫਿਰ ਤੇ ਗੁਰੂ ਸਾਹਿਬ ਕਹਿੰਦੇ ਲੱਖੜਾਂ ਤੇ ਪਾ ਦੇਣਾ। ਜਿਹੜੇ ਤੇਰੇ ਅੰਦਰ ਵਿਕਾਰ ਚੱਲਦੇ ਨੇ, ਵਿਕਾਰ ਉਹਨਾਂ ਨੂੰ ਮਾਰਨਾ। ਉਹਨਾਂ ਨੂੰ ਜਦੋਂ ਮਾਰੇਗਾ ਨਾ, ਮੁਰਦਾ ਹੋਏ ਮੁਰੀਦ, ਫਿਰ ਮੁਰੀਦ ਬਣੇਗਾ, ਫਿਰ ਮੁਰੀਦ ਬਣੇਗਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਭਾਈ ਲਹਿਣਾ ਜੀ ਆਏ, ਉਦੋਂ ਉਹਨਾਂ ਦਾ ਅੰਦਰ ਕੁਝ ਹੋਰ ਸੀ, ਪਰ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਮਾਰ ਲਿਆ, ਮੁਰਦਾ ਹੋਏ ਮੁਰੀਦ ਵਾਲੀ ਗੱਲ ਆ ਗਈ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਪਣੇ ਅੰਗ ਨਾਲ ਲਾ ਕੇ, ਆਪਣੇ ਸਰੀਰ ਨਾਲ ਗਲਵੱਕੜੀ ਪਾ ਕੇ ਆਖਿਆ, ਅੱਜ ਤੂੰ ਲਹਿਣਾ ਨਹੀਂ, ਤੂੰ ਮੇਰੇ ਸਰੀਰ ਦਾ ਅੰਗ ਹੈ, ਤੂੰ ਗੁਰੂ ਅੰਗਦ ਦੇ ਮਹਾਰਾਜ ਹੈ। ਅੱਜ ਆਪਣੇ ਆਪ ਨੂੰ ਮਾਰਨਾ ਪੈਣਾ ਭਾਈ। ਹੋ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਐ ਇਹ ਜੁਗਤਾ। ਇਹ ਜੁਗਤ ਨਾਲ ਨਹੀਂ ਮਿਲਦਾ ਰੱਬ, ਆਪਣੇ ਆਪ ਨੂੰ ਮਾਰਨਾ ਪੈਣਾ ਪਹਿਲਾਂ। ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ। ਸਿੱਧਾਂ ਦੇ 84 ਆਸਣ ਨੇ, ਉਹ ਵੀ ਕਰਕੇ ਵੇਖ ਲੈ, ਮੈਂ ਉਹ ਵੀ ਕਰਕੇ ਵੇਖ ਲੈ, ਕੁਛ ਨਹੀਂ ਮੈਨੂੰ ਪ੍ਰਾਪਤ ਹੋਇਆ। ਵੱਡੀ ਆਰਜਾ ਫਿਰ ਜਨਮ ਹੈ, ਹਰ ਸਿਉ ਸੰਗ ਨਾ ਗਹਿਆ। ਵੱਡੀ ਆਰਜਾ, ਵੱਡੀ ਆਰਜਾ ਤੇ ਸੱਪ ਦੀ ਬੜੀ ਹੁੰਦੀ ਹੈ। ਸੱਪ ਦੀ ਬਥੇਰੀ ਵੱਡੀ ਆਰਜਾ ਹੁੰਦੀ ਹੈ, ਏਦਾਂ ਤੇ ਕੁਛ ਨਹੀਂ ਨਾ ਬਣਦਾ। ਵੱਡੀ ਆਰਜਾ ਨਾਲ ਨਹੀਂ, ਗੱਲ ਤੇ ਹੈ ਵੀ ਆਪਣੇ ਮਨ ਨੂੰ ਸੋਹਣਾ ਬਣਾ ਲਈਏ ਅਸੀਂ। ਵੱਡੀ ਆਰਜਾ ਫਿਰ ਜਨਮ ਹੈ। ਕਹਿੰਦੇ ਜੇ ਵੱਡੀ ਆਰਜਾ ਨਾ, ਬੰਦਾ 100 ਸਾਲ ਦਾ 200 ਸਾਲ ਦੀ ਉਮਰ ਭੋਗ ਲਈ, ਉਹ ਵਾਰ-ਵਾਰ ਮਰਦਾ ਜੰਮਦਾ, ਵਾਰ-ਵਾਰ ਮਰਦਾ ਜੰਮਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਕਰਤੂਤਾਂ ਪਸ਼ੂਆਂ ਵਾਲੀਆਂ ਕਰਦਾ ਹੈ ਮਾਨਸ ਜਾਤ। ਉਹ ਵਾਰ-ਵਾਰ ਜੰਮਦਾ, ਵਾਰ-ਵਾਰ ਮਰਦਾ। ਗੁਰੂ ਸਾਹਿਬ ਕਹਿੰਦੇ ਆਪਣੇ ਅੰਦਰ ਨੂੰ ਮਾਰ ਲੈ ਇੱਕ ਵਾਰੀ ਬਸ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਕਹਿੰਦੇ ਵੱਡਾ ਬਣ ਗਿਆ, ਹੁਕਮ ਚੱਲਦਾ, ਜਿਹਦਾ ਹੁਕਮ ਨਹੀਂ ਮੋੜਿਆ ਜਾਂਦਾ। ਰਾਜੇ ਮਹਾਰਾਜੇ, ਪਰ ਕਹਿੰਦੇ ਇਹਦੇ ਨਾਲ ਵੀ ਕੀ ਹੋ ਗਿਆ। ਅੱਜ ਮੇਰੇ ਕੋਲ ਰਾਜ ਗੱਦੀ, ਅੱਜ ਮੇਰਾ ਹੁਕਮ ਚੱਲਦਾ, ਪਰ ਜਦੋਂ ਗੱਦੀ ਤੋਂ ਉਤਰ ਗਿਆ ਫਿਰ ਤੇ ਕਿਸੇ ਨੇ ਖਬਰ ਵੀ ਨਹੀਂ ਲਾਉਣੀ ਅਖਬਾਰ 'ਚ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਜਿਹੜੇ ਕਹਿੰਦੇ ਨੇ ਸੋਹਣੀਆਂ ਸੋਹਣੀਆਂ ਸੇਜਾਂ ਨੇ, ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਕਹਿੰਦੇ ਵੱਡੀਆਂ ਸੇਜਾਂ ਦਾ ਇਹ ਮਾਣ ਨਾ ਕਰੇ, ਸੋਹਣੀ ਔਰਤ ਦਾ ਮਾਣ ਨਾ ਕਰੀ। ਗੁਰੂ ਸਾਹਿਬ ਕਹਿੰਦੇ ਇਹ ਤੇ ਨਰਕ ਘੋਰ ਕਾ ਦੁਆਰਾ। ਕਹਿੰਦੇ ਇਹ ਤੇਰੀ ਜ਼ਿੰਦਗੀ ਜਿਹੜੀ ਆਉਣ ਵਾਲੀ ਹੋਊਗੀ ਸਾਰੀ ਨਰਕਾਂ 'ਚ ਲੰਘੂਗੀ ਜੇ ਇਹ ਗੱਲਾਂ ਦਾ ਹੰਕਾਰ ਕਰਕੇ ਬਹਿ ਗਿਆ। ਮਾਣ ਨਾ ਕਰੇ। ਜੇ ਮਾਣ ਕਰਨਾ ਇੱਕੋ ਗੱਲ ਦਾ ਅਸੀਂ ਮਾਣ ਕਰੀਏ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਹਾਂ, ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਹਾਂ, ਇਹ ਗੱਲ ਦਾ ਮਾਣ ਕਰੀਏ। ਅਸੀਂ ਇਸ ਗੱਲ ਦਾ ਸਾਨੂੰ ਮਾਣ ਹੋਣਾ ਚਾਹੀਦਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤ ਹਾਂ। ਤਾਂ ਗੁਰੂ ਸਾਹਿਬ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਹਰ ਕੀਰਤ, ਜਦੋਂ ਅਸੀਂ ਗੁਰੂ ਦੀ ਕੀਰਤੀ ਕਰਦੇ ਆ ਨਾ, ਮਨ ਦੇ ਵਿੱਚੋਂ ਮੈਲ ਕੱਢ ਕੇ
ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਬੈਠਦੇ ਆ, ਸਿਰ ਕਰਮਨ ਕੈ ਕਰਮਾ, ਫਿਰ ਸਾਡੇ ਵਧੀਆ ਭਾਗ ਬਣਦੇ ਨੇ। ਭਾਗ ਲਿਖੇ ਹੋਏ ਨਹੀਂ ਹੁੰਦੇ, ਭਾਗ ਬਣਾਉਣੇ ਪੈਂਦੇ ਨੇ। ਜਦੋਂ ਅਸੀਂ ਗੁਰੂ ਦੀ ਕੀਰਤੀ ਕਰਾਂਗੇ, ਗੁਰੂ ਦੇ ਜਸ ਗਾਵਾਂਗੇ, ਸਾਧ ਸੰਗਤ ਦੇ ਵਿੱਚ ਬੈਠਾਂਗੇ, ਆਪਣੇ ਅੰਦਰੋਂ ਵਿਕਾਰਾਂ ਨੂੰ ਦੂਰ ਕਰਾਂਗੇ, ਫਿਰ ਕਹਿੰਦੇ ਚੰਗੇ ਭਾਗ ਬਣ ਜਾਣਗੇ। ਚੰਗੇ ਭਾਗ ਤਾਂ ਬਣਦੇ ਨੇ ਜਦੋਂ ਅਸੀਂ ਚੱਲ ਕੇ ਸੰਗਤ ਦੇ ਵਿੱਚ ਆ ਕੇ ਬੈਠਦੇ ਹਾਂ। ਤੇ ਜਦੋਂ ਅਸੀਂ ਸੰਗਤ ਦੇ ਵਿੱਚ ਆ ਕੇ ਬੈਠਣ ਲੱਗ ਜਾਾਂਗੇ, ਚੰਗੇ ਭਾਗ ਬਣਨ ਲੱਗ ਜਾਣਗੇ, ਫਿਰ ਸਾਡੇ ਭਾਗ ਜਿਹੜੇ ਨੇ ਉਹ ਖੁੱਲਣੇ ਸ਼ੁਰੂ ਹੁੰਦੇ ਨੇ। ਫਿਰ ਅਸੀਂ ਗੁਰੂ ਦੇ ਨਾਲ ਆਪਣਾ ਪਿਆਰ ਬਣਾ ਕੇ ਗੁਰੂ ਦੇ ਨਾਲ ਇੱਕਮਿਕ ਹੋ ਜਾਂਦੇ ਆ, ਫਿਰ ਇੱਕਮਿਕ ਹੁੰਨੇ ਆ। ਹੁਣ ਕਈਆਂ ਦਾ ਮਤ ਇਹ ਹੈ ਵੀ ਸਾਰਾ ਕੁਝ ਲਿਖਿਆ ਹੀ ਹੋਇਆ, ਸਾਰਾ ਕੁਝ ਬਣਿਆ ਹੀ ਹੋਇਆ, ਫਿਰ ਅਸੀਂ ਆ ਰੋਜ਼ ਕਿਉਂ ਸੰਗਤ ਨੂੰ ਸੁਣਾਉਂਦੇ ਆ ਵੀ ਜੋ ਬਣਨਾ ਉਹ ਤੇ ਬਣਨਾ ਹੀ ਨਹੀਂ। ਭਾਈ, ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ, ਗੁਰੂ ਦੀ ਗੱਲ ਅਸੀਂ ਸੁਣਾਂਗੇ, ਗੁਰੂ ਦੀ ਗੱਲ ਅਸੀਂ ਸੁਣਾਵਾਂਗੇ, ਉਹਦੇ ਵਿੱਚੋਂ ਹੀ ਸਾਡੇ ਭਾਗ ਬਣਨੇ ਹੁੰਦੇ ਨੇ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਪੁਰਬ ਲਿਖੇ ਕਾ ਲਹਿਣਾ। ਤਾਂ ਗੁਰੂ ਸਾਹਿਬ ਇੱਥੇ ਜਿਹੜੀ ਰਮਝ ਦਿੰਦੇ ਨੇ ਇਹ ਵੀ ਸਮਝਣ ਵਾਲੀ ਹੈ ਭਾਈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਕਹਿੰਦੇ ਕੋਈ ਪੂਰਬਲਾ ਭਾਗ ਹੁੰਦਾ ਹੈ, ਪਿਛਲੇ ਕਰਮਾਂ ਦਾ ਕੋਈ ਬੀਜਿਆ ਹੋਇਆ ਹੁੰਦਾ ਹੈ, ਜਿਹਨੂੰ ਅਸੀਂ ਅੱਜ ਵੱਢ ਰਹੇ ਹਾਂ। ਹੁਣ ਪੂਰਬਲਾ ਕਰਮ ਜਿਹੜਾ ਸਾਡੇ ਮਨਾਂ 'ਚ ਪਾਤਾ ਵੀ ਤੁਸੀਂ ਜਦੋਂ ਇਹ ਸੰਸਾਰ 'ਚ ਆਏ ਨਹੀਂ ਸੀ, ਜਦੋਂ ਕੋਈ ਹੋਰ ਜਨਮ 'ਚ ਸੀ ਤੁਸੀਂ, ਉਦੋਂ ਕੋਈ ਚੰਗਾ ਬੀਜ ਬੀਜ ਕੇ ਆਇਓ। ਕਹਿੰਦੇ ਇਹ ਗੱਲ ਨਹੀਂ ਹੈ। ਜਿਹੜੇ ਸਾਡੀ ਜ਼ਿੰਦਗੀ ਦੇ 45 ਸਾਲ ਲੰਘ ਗਏ, 45 ਸਾਲ ਜਿਹੜੇ ਲੰਘ ਗਏ, ਉਹਨਾਂ 'ਚ ਵੀ ਅਸੀਂ ਕੁਝ ਬੀਜ ਕੇ ਆਏ ਆ ਭਾਈ। ਉਹਨਾਂ ਦਾ ਫਲ ਸਾਨੂੰ ਮਿਲ ਰਿਹਾ ਅੱਜ। ਜੇ ਅਸੀਂ ਕਹੀਏ ਵੀ ਪਿਛਲੇ ਜਨਮ 'ਚ ਕੁਝ ਬੀਜ ਕੇ ਆਇਆ, ਕੀ ਪਤਾ ਉਦੋਂ ਜੂਨੀ ਕੁੱਤੇ ਦੀ ਹੋਵੇ, ਉਦੋਂ ਕੀ ਬੀਜਿਆ ਫਿਰ? ਕੀ ਪਤਾ ਉਦੋਂ ਜੂਨੀ ਗਧੇ ਦੀ ਮਿਲੀ ਹੋਵੇ, ਉਦੋਂ ਫਿਰ ਕੀ ਬੀਜਿਆ ਸੀ ਨੇ? ਨਹੀਂ ਭਾਈ, ਜਿਹੜੀ ਜੂਨੀ 'ਚ ਅਸੀਂ ਹੋਣਾ, ਮਨੁੱਖਾ ਜੂਨੀ 'ਚ, ਇਹ ਜ਼ਿੰਦਗੀ ਦੇ ਜਿਹੜੇ 40-45 ਸਾਲ ਲੰਘ ਗਏ, ਉਹਨਾਂ 'ਚ ਕੁਝ ਬੀਜਿਆ, ਉਹਨੂੰ ਪੂਰਬਲਾ ਕਹਿੰਦੇ ਨੇ। ਜਿਹੜੇ ਲੰਘ ਚੁੱਕਿਆ ਸਮਾਂ ਸਾਡਾ, ਉਹਦੇ ਵਿੱਚ ਕੁਝ ਬੀਜਿਆ ਅਸੀਂ ਨੇ, ਤਾਂ ਪੁਰਬ ਲਿਖੇ ਕਾ ਲਹਿਣਾ, ਬੀਜ ਕੇ ਆਇਆ ਅਸੀਂ, ਤਾਂ ਅੱਜ ਅਸੀਂ ਗੁਰਦੁਆਰੇ 'ਚ ਬੈਠੇ ਹਾਂ। ਅਸੀਂ ਅੱਜ ਬੀਜ ਰਹੇ ਹਾਂ। ਜਿਹੜਾ ਆਉਣ ਵਾਲਾ ਸਮਾਂ ਸਾਡਾ, ਸਾਡੇ ਕੋਲ 10 ਸਾਲ 20 ਸਾਲ 5 ਸਾਲ 2 ਸਾਲ ਜਿਹੜੇ ਹੈ ਨੇ, ਜਿਹੜਾ ਅੱਜ ਬੀਜ ਰਹੇ ਹਾਂ ਅਸੀਂ, ਉਹ 'ਚ ਵੱਢਾਂਗੇ। ਤੇਰੋ ਸੇਵਕ ਇਹੋ ਰੰਗ ਮਾਤਾ। ਇਹ ਭਾਈ, ਤੇਰਾ ਸੇਵਕ ਸਿਫਤ ਸਲਾਹ ਦੇ ਰੰਗ ਵਿੱਚ ਮਸਤ ਹੈ। ਤੇਰੋ ਸੇਵਕ ਇਹੋ ਰੰਗ ਮਾਤਾ। ਹੁਣ ਲਾਸਟ ਜਿਹੜੀ ਪੰਕਤੀ ਹੈ, ਇਹ ਸ਼ਬਦ ਦੀ, ਸ਼ਬਦ ਲੰਬਾ ਸੀ ਥੋੜਾ ਜਿਹਾ, ਤਾਂ ਕਰਕੇ 5 ਮਿੰਟ ਵੱਧ ਲੱਗੇ ਨੇ ਅੱਜ। ਬਸ 5:15 ਅਰਦਾਸ ਆਪਾਂ ਸ਼ੁਰੂ ਕਰਦੇ ਹਾਂ। ਅੱਜ 6:20 ਤੇ ਕਰ ਲਾਂਗੇ, ਬਸ 5 ਮਿੰਟ ਦਾ ਹੀ ਫਰਕ ਪੈਣਾ। ਉਹ ਵੀ ਮੌਸਮ ਠੰਡਾ ਹੀ ਹੈ ਹੁਣ, ਤੇ ਚਾਹੇ 6:30 ਅਰਦਾਸ ਹੋ ਜੇ, ਕਿਉਂਕਿ ਦਿਨ ਚੜ੍ਹਦੇ ਚੜ੍ਹਦੇ ਸਮਾਂ ਬਹੁਤ ਲੱਗ ਜਾਂਦਾ ਹੈ। 6:30 ਵਜੇ ਵੀ ਹਨੇਰੇ ਵਾਂਗ ਹੁੰਦਾ ਹੈ, ਹਨੇਰਾ ਹੀ ਪਿਆ ਹੁੰਦਾ 6:30। ਤੇ ਗੁਰੂ ਸਾਹਿਬ ਕਹਿੰਦੇ ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਕੀਰਤਨ ਇਹੋ ਮਨ ਰਾਤਾ। ਭਇਓ ਕਿਰਪਾਲ ਦੀਨ ਦੁਖ ਭੰਜਨ। ਜਦੋਂ ਅਸੀਂ ਗੁਰੂ ਦੇ ਦਰ ਤੇ ਆਉਨੇ ਆ ਨਾ, ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਅਸੀਂ ਪੜ੍ਹਦੇ ਆ, ਭਇਓ ਕਿਰਪਾਲ ਦੀਨ ਦੁਖ ਭੰਜਨ, ਫਿਰ ਉਹ ਸਾਡੇ ਤੇ ਕਿਰਪਾਲੂ ਹੁੰਦਾ ਹੈ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਆ,
ਗੁਰਬਾਣੀ ਤੇ ਅਮਲ ਕਰਦੇ ਆ। ਉਹ ਜਿਹੜਾ ਕਿਰਪਾਲੂ ਹੈ ਉਹ ਸਾਡੇ ਤੇ ਫਿਰ ਦਇਆ ਕਰਦਾ ਹੈ। ਕਾਹਦੀ ਦਇਆ ਕਰਦਾ ਹੈ? ਦੀਨ ਦੁੱਖ ਭੰਜਨ। ਸਾਡੇ ਜਿਹੜੇ ਅੰਦਰਲੇ ਦੁੱਖ ਨੇ, ਸਰੀਰਕ ਦੁੱਖ ਦੀ ਗੱਲ ਨਹੀਂ ਹੈ, ਸਰੀਰਕ ਦੁੱਖ ਦੀ ਗੱਲ ਨਹੀਂ ਭਾਈ, ਜਿਹੜੇ ਸਾਡੇ ਮਨ ਦੇ ਰੋਗ ਨੇ, ਜਿਹੜੇ ਸਾਡੇ ਮਨ ਦੇ ਵਹਿਮ ਨੇ, ਜਿਹੜੇ ਸਾਡੇ ਮਨ ਵਿੱਚ ਦੁਬਿਧਾ ਪਈ ਹੋਈ ਹੈ, ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਉਹ ਫਿਰ ਕਿਰਪਾਲੂ ਜਿਹੜਾ ਹੈ ਉਹ ਦੂਰ ਕਰ ਦਿੰਦਾ ਹੈ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਉਹਨਾਂ ਨੂੰ ਨਾਸ ਕਰ ਦਿੰਦਾ ਹੈ। ਕਿਹਨਾਂ ਨੂੰ? ਜਿਹੜੇ ਸਾਡੇ ਅੰਦਰ ਮਾੜੇ ਫੁਰਨੇ ਬਣਦੇ ਨੇ। ਮਾੜਾ ਫੁਰਨਾ ਕੀ ਹੈ? ਮਾੜਾ ਫੁਰਨਾ ਕੀ ਹੈ? ਅੱਜ ਮਾੜਾ ਫੁਰਨਾ ਇਹ ਹੈ ਭਾਈ, ਅੱਜ ਕਿਸੇ ਬੱਚੀ ਦੇ ਕੋਲ ਬੱਚਾ ਹੋਣ ਵਾਲਾ ਹੈ, ਗਏ ਸਮਾਣੇ, ਕਹਿੰਦੇ ਜੀ ਉਹਨਾਂ ਨੇ ਦੱਸਿਆ ਵੀ ਪੇਟ 'ਚ ਪਲ ਰਿਹਾ ਬੱਚਾ ਧੀ ਹੈ। ਕਹਿੰਦੇ ਫਿਰ ਕਹਿੰਦੇ ਕਤਲ ਕਰਾ ਦਿਓ। ਕਤਲ ਤੇ ਕਰਾਤੀ ਬੱਚੀ ਪੇਟ ਵਿੱਚ, ਪਰ ਹੋ ਸਕਦਾ ਸੀ ਉਸ ਬੱਚੀ ਦੀ ਕੁੱਖ ਤੋਂ ਕੋਈ ਰਾਜਾ, ਮਹਾਰਾਜਾ, ਯੋਧਾ, ਬਲੀ ਪੈਦਾ ਹੋਣਾ ਸੀ। ਅਸੀਂ ਕੱਲਾ ਉਹਦਾ ਕਤਲ ਨਹੀਂ ਕੀਤਾ, ਅਸੀਂ ਕਈਆਂ ਦਾ ਕਤਲ ਕੀਤਾ ਅੱਗੇ। ਪਰ ਗੁਰੂ ਸਾਹਿਬ ਕਹਿੰਦੇ ਜੇ ਤੇਰੇ ਕੋਲ ਗੁਰੂ ਦਾ ਗਿਆਨ ਆ ਗਿਆ, ਤੇਰੇ ਕੋਲ ਜਿਹੜਾ ਉਹ ਫੁਰਨਾ ਬਣਿਆ ਹੋਇਆ ਸੀ ਨਾ, ਉਹ ਨਹੀਂ, ਮਾੜਾ ਕਰਮ ਨਹੀਂ ਕਰੇਗਾ। ਹੋ ਸਕਦਾ ਹੈ ਤੂੰ ਉਸ ਬੱਚੀ ਨੂੰ ਇਸ ਸੰਸਾਰ ਤੇ ਆਉਣ ਦਿੰਦਾ, ਉਸ ਬੱਚੀ ਦੀ ਕੁੱਖ ਤੋਂ ਕੀ ਪਤਾ ਰਾਜਾ ਮਹਾਰਾਜਾ ਜਨਮ ਲੈਂਦਾ। ਕਿੰਨਿਆਂ ਨੂੰ ਬਚਾਇਆ। ਗੁਰੂ ਸਾਹਿਬ ਕਹਿੰਦੇ ਦੀਨ ਭਇਓ ਕਿਰਪਾਲ ਦੀਨ ਦੁੱਖ ਭੰਜਨ, ਉਹ ਦੁੱਖਾਂ ਨੂੰ ਦੂਰ ਕਰਦਾ ਹੈ। ਸਾਡੇ ਮਨ ਦੇ ਭਰਮ ਭੁਲੇਖੇ ਜਿਹੜੇ ਸਾਡੇ ਅੰਦਰ ਪਏ ਹੋਏ ਨੇ ਉਹਨਾਂ ਨੂੰ ਦੂਰ ਕਰ ਦਿੰਦਾ ਹੈ। ਸਾਡੇ ਅੰਦਰ ਜਿਹੜਾ ਇਹ ਰੋਗ ਹੈ ਲੱਗਿਆ ਹੋਇਆ ਉਹਨੂੰ ਵੀ ਦੂਰ ਕਰ ਦਿੰਦਾ ਗੁਰੂ ਸਾਹਿਬ। ਉਹਨਾਂ ਨੂੰ ਦੂਰ ਕਰਦਾ ਜਿਹੜੇ ਸਾਡੇ ਮਨ ਦੇ ਰੋਗ ਨੇ। ਮਨ ਦਾ ਇਹ ਰੋਗ ਹੈ ਵੀ ਧੀ ਕਿਉਂ ਪੈਦਾ ਹੋ ਗਈ। ਨਹੀਂ ਭਾਈ, ਜੇ ਧੀ ਪੈਦਾ ਹੁੰਦੀ ਹੈ ਹੋ ਸਕਦਾ ਉਹੀ ਧੀ ਤੇਰਾ ਨਾਂ ਉੱਚਾ ਕਰੇ। ਅਸੀਂ ਧੀ ਨੂੰ ਪੱਥਰ ਨਾ ਕਹੀਏ, ਅਸੀਂ ਪੱਥਰ ਨਾ ਕਹੀਏ। ਇਹ ਸਾਡੇ ਜਿਹੜੇ ਮਨ ਦੇ ਰੋਗ ਨੇ ਗੁਰੂ ਸਾਹਿਬ ਇਹਨਾਂ ਨੂੰ ਫਿਰ ਦੂਰ ਕਰ ਦਿੰਦੇ ਨੇ ਭਾਈ। ਹਰ ਕੀਰਤਨ ਇਹੋ ਮਨ ਰਾਤਾ। ਅਸੀਂ ਆਪਣੇ ਮਨ ਨੂੰ ਗੁਰੂ ਦੇ ਕੀਰਤਨ ਚ ਸਾਧ ਸੰਗਤ ਦੇ ਵਿੱਚ ਰੰਗ ਕੇ ਰੱਖੀਏ ਤਾਂ ਸਾਡਾ ਭਲਾ ਹੋਣਾ। ਜੇ ਅਸੀਂ ਕਹੀਏ ਪੁੱਠੇ ਲਮਕ ਕੇ ਰੱਬ ਮਿਲ ਜੂ, ਗੁਰੂ ਸਾਹਿਬ ਕਹਿੰਦੇ ਨਾ ਭਾਈ, ਏਦਾਂ ਨਹੀਂ ਮਿਲਦਾ। ਤੁਸੀਂ ਆਪਣੇ ਮਨ ਨੂੰ ਸੋਹਣਾ ਬਣਾ ਲਓ, ਇਹਦੇ ਵਿੱਚੋਂ ਹੀ ਰੱਬ ਪੈਦਾ ਹੋਣਾ, ਇਹਦੇ ਵਿੱਚੋਂ ਪੈਦਾ ਹੋਣਾ, ਇਹਦੇ ਵਿੱਚੋਂ ਪੈਦਾ ਹੋਣਾ, ਬਾਹਰੋਂ ਨਹੀਂ। ਆਪਣੇ ਮਨ ਨੂੰ ਸੋਹਣਾ ਬਣਾ ਲਓ। ਜਦੋਂ ਸਾਡਾ ਮਨ ਸੋਹਣਾ ਬਣ ਗਿਆ ਉਹਦੇ ਵਿੱਚੋਂ ਸਾਰਾ ਕੁਝ ਮਿਲ ਜਾਣਾ, ਸਾਰਾ ਕੁਝ ਮਿਲ ਜਾਣਾ। ਸੋ ਆਓ 6:20 ਹੋ ਚੁੱਕੇ ਹਨ। ਹੁਣ ਆਪਾਂ ਅਰਦਾਸ, ਫਿਰ ਹੁਕਮਨਾਮਾ, ਫਿਰ ਪ੍ਰਸ਼ਾਦ ਲੈ ਕੇ ਫਿਰ ਆਪਾਂ ਆਪੋ ਆਪਣੇ ਘਰਾਂ ਨੂੰ ਚੱਲੇ ਭਾਜੀ। ਕੱਲ ਨੂੰ 18 ਤਰੀਕ ਤੇ 19 ਤਰੀਕ 2 ਦਿਨ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਤੇ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਦੀ ਗੱਲ 2 ਦਿਨ ਆਪਾਂ ਲਗਾਤਾਰ ਕਰਾਂਗੇ। ਜਿਨ੍ਹਾਂ ਸੰਗਤਾਂ ਦੇ ਮਨ 'ਚ ਹੋਵੇ ਦੇਗ ਕਰਵਾਉਣ ਦੀ, ਉਹ ਭਾਈ ਕੱਲ ਨੂੰ ਤੇ ਅਗਲੇ ਦਿਨ 2 ਦਿਨ ਗੁਰਦੁਆਰਾ ਸਾਹਿਬ 'ਚ ਦੇਗ ਕਰਵਾ ਸਕਦੇ ਹੋ। ਤੇ ਇੱਕ ਬੇਨਤੀ ਹੈ ਵੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹੁਣ ਚੱਲਣੇ ਆ। 2 ਦਿਨ ਆਪਾਂ ਇੱਥੇ ਚਾਹ ਤੇ ਮੱਠੀਆਂ ਦਾ ਲੰਗਰ ਜਿਹੜਾ ਅੰਮ੍ਰਿਤ ਵੇਲੇ ਲਾਵਾਂਗੇ। ਉਹਦੇ ਵਾਸਤੇ ਸੰਗਤ ਜਿਹੜੀ ਹੈ ਆਪੋ ਆਪਣਾ ਦਸਵੰਧ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸੁਖਵਿੰਦਰ ਸਿੰਘ ਜੀ, ਉਹਨਾਂ ਕੋਲ ਜਿੰਨਾ ਕੁ ਹੋ ਸਕੇ, ਕਿਸੇ ਤੇ ਬੰਦਿਸ਼ ਨਹੀਂ, ਕੋਈ ਚਾਹੇ 5 ਰੁਪਏ ਦੇ ਦੇ, ਆਪਣਾ ਦਸਵੰਧ ਭਾਈ ਜ਼ਰੂਰ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਰੂਰ ਪਹੁੰਚਾਇਓ, ਤਾਂ ਜੋ ਇੱਕ ਦਿਨ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ, ਇੱਕ ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਤੇ ਚਾਹ ਦਾ ਆਪਾਂ ਸੰਗਤਾਂ ਦੇ ਵਾਸਤੇ ਰਲ ਮਿਲ ਕੇ ਸੰਗਤਾਂ ਹੀ ਉਹ ਵੀ ਜ਼ਰੂਰ ਕਰਨ ਭਾਈ।
आओ आनंद साहब का पाठ। सतनाम श्री वाहिगुरु साहिब जी। राम कली महला तीजा। आनंद एक ओंकार सतगुर प्रसाद। आनंद पाया मेरी माई सतगुरु मैं पाया। सतगुर ता पाया सहज सेती मन वजियां वाधाइयां। राग रतन परवार भरियां शब्द गावण आईयां। शब्द उदां गावो हरि केरा मन जिनी वसाया। कह नानक आनंद होआ सतगुरु मैं पाया। ए मन मेरिया तू सदा रहो हर नाले। हर नाल रहो तू मन मेरे दुख सब विसारना। अंगीकार ओह करे तेरा कारज सब सवारना। सबना गल्लां समरथ स्वामी सो क्यों मनो विसारे। कह नानक मन मेरे सदा रहो हर नाले। साचे साहिबा क्या नाई घर तेरा। घर तां तेरा सब किछ है जिस देह सो पावै। सदा सिफत सलाह तेरी नाम मन वसावै। नाम जिन कै मन वसिया बाजे शब्द कनेरी। कह नानक सच्चे साहिब क्या नाई घर तेरा। साचा नाम मेरा आधारो सच नाम आधार मेरा। जिन भुखां सब गवाइयां कर शांत सुख मन आए वसिया। जिन इच्छा सब बुझाइयां सदा कुर्बान किता गुरु विटहो जिस दियां वडियाइयां। कह नानक सुनो संतो सब तरहो प्यारो। साचा नाम मेरा आधारो। बाजे पंच शब्द तित घर सुभागै। घर सुभागै शब्द बाजे कला जित कर धारिया। पंच दूत तुध वस कीते काल कंटक मारे। तुर कर्म पाया तुध जन को से नाम हर कै लागी। कह नानक तै सुख होआ तित कर अनाद वाजे। आनंद सुनो वड भागी हो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उतरे सुनी सच्ची बाणी। संत साजन भय सरसे पूरे गुर ते जाने। सुनते पुनीत कहते पवित सतगुर रहया भरपूरे। बिनवंत नानक गुर चरण लागे वाजे अनहद तूरे। सुनते पुनीत कहते पवित बिनवंत नानक गुर चरण लागे। श्लोक पवन गुरु पाणी पिता। दिवस रात दोए दाए दाया। चंगे आइयां बुरे आइयां।